ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਅਜੀਤ ਸਿੰਘ ਬੀਰਬਰ। ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਸ੍ਰੀ ਬਾਬਾ ਅਜੀਤ ਸਿੰਘ ਜੀ ਸ੍ਰੇਸ਼ਟ ਯੋਧੇ ਹਨ। ਸਿੱਖ ਸੰਗਰਾਮ ਬ੍ਰਿਤਾਂਤ। ਬਾਹਰਲਾ ਮੈਦਾਨੇ ਜੰਗ ਦਾ ਨਜ਼ਾਰਾ ਵੇਖ ਕੇ ਚਾਹੇ ਉਹ ਆਪ ਨਿਕਸਨ ਤਬੈ, ਆਪ ਗੜੀ ਚੋਂ ਨਿਕਲਣਾ ਚਾਹੁੰਦੇ ਹਨ। ਕੋ ਸੁਤ ਬਲਵੰਤ। ਗੁਰੂ ਸਾਹਿਬ ਦੇ ਬਲੀ ਪੁੱਤਰ ਹਨ ਬਾਬਾ ਅਜੀਤ ਸਿੰਘ ਜੀ। ਸਾਬਾਸ ਛੰਦ ਮਨ ਹੈ ਵਿਚਾਰ ਹੈ ਤੁਰਕ ਬਿਧਾਰ ਹੈ। ਮਨ ਵਿੱਚ ਸੋਚਦੇ ਨੇ ਤੁਰਕਾਂ ਦਾ ਨਾਸ ਕਰੀਏ। ਚਰਹਿ ਨ ਅੰਤਰ ਲਰਹਿ ਨਿਰੰਤਰ। ਅੰਦਰ ਰਹਿਣਾ ਨਹੀਂ ਚਾਹੁੰਦੇ, ਹੁਣ ਬਾਹਰ ਜਾ ਕੇ ਜੂਝਣਾ ਚਾਹੁੰਦੇ ਹਨ। ਤਬ ਪ੍ਰਭ ਤੀਰ ਹੈ ਪਹੁੰਚ ਸਤੀਰ ਹੈ। ਤਾਂ ਬਾਬਾ ਅਜੀਤ ਸਿੰਘ ਜੀ ਆਪਣੇ ਪਿਤਾ ਸਤਿਗੁਰੂ ਕਲਗੀਧਰ ਜੀ ਦੇ ਕੋਲ ਪਹੁੰਚੇ। ਸਤਿਗੁਰ ਨੰਦਨ ਕਰ ਅਬ ਬੰਦਨ। ਸਤਿਗੁਰਾਂ ਦੇ ਪੁੱਤਰ ਨੇ ਮਹਾਰਾਜ ਨੂੰ ਆ ਕੇ ਪਿਤਾ ਜੀ ਨੂੰ ਮੱਥਾ ਟੇਕਿਆ। ਰਹਿ ਕਰ ਜੋਰ ਹੈ ਪਿਤ ਹੈ ਨ ਹੋ ਰਹਿ। ਹੱਥ ਜੋੜ ਕੇ ਪਿਤਾ ਜੀ ਨੂੰ ਬੇਨਤੀ ਕੀਤੀ। ਸੁਤ ਦਿਸ਼ ਨੈਣ ਹੈ ਕਰ ਕਹਿ ਸੱਚੇ ਪਾਤਸ਼ਾਹ ਆਪਣੇ ਪੁੱਤਰ ਵੱਲ ਨੇਤਰ ਫੇਰੇ ਹਨ ਕਿਮ ਅਬ। ਤੇ ਇਸ ਤਰ੍ਹਾਂ ਦੇ ਬਚਨ ਸੱਚੇ ਪਾਤਸ਼ਾਹ ਮਹਾਰਾਜ ਬੋਲੇ ਹਨ। ਕਿਮ ਅਬ ਲੱਖ ਹੋ ਸੱਚ ਬਚ ਭਖ ਹੋ। 10 ਪੁੱਤਰ ਅਜੀਤ ਸਿੰਘ, ਕੀ ਇੱਛਾ ਹੈ ਤੇਰੇ ਮਨ ਵਿੱਚ? ਜੋ ਇੱਛਾ ਹੈ ਉਹ ਦੱਸ। ਸੁਨ ਕਰ ਵੀਰ ਹੈ ਕਹਿ ਧਰ ਧੀਰ ਹੈ। ਕਹਿੰਦੇ ਵੀਰ ਪੁੱਤਰ ਆਪਣੇ ਪਿਤਾ ਦੀ ਆਗਿਆ ਪਾ ਕੇ ਧੀਰਜ ਨਾਲ ਬੋਲਿਆ। ਨਿਜ ਕੁਲ ਰੀਤ ਹੈ ਚਿਤ ਮਹਿ ਪ੍ਰੀਤ ਹੈ। ਇਹ ਸੱਚੇ ਪਾਤਸ਼ਾਹ ਜੀ, ਸਾਡੇ ਕੁਲ ਦੀ ਰੀਤ ਚਲੀ ਆਈ ਹੈ, ਸੂਰਬੀਰ ਬਹਾਦਰਾਂ ਯੋਧਿਆਂ ਦਾ ਹੰਸ ਬੰਸਿਆਂ। ਸੋ ਮੇਰੀ ਆਪਣੀ ਜੋ ਕੁਲ ਰੀਤੀ ਹੈ ਉਹਦੇ ਮੁਤਾਬਕ ਅਬ ਹੈ ਸਮੈ ਸ਼ੁਭ ਲਖ ਮਨ ਮੈਂ ਪ੍ਰਭ। ਇਹ ਮਹਾਰਾਜ ਬੜਾ ਸ਼ੁਭ ਸਮਾਂ ਸੂਰਬੀਰਾਂ ਵਾਸਤੇ ਆਇਆ ਹੈ। ਮੈਂ ਇਸ ਸਮੇਂ ਨੂੰ ਉਡੀਕਦਾ ਸੀ। ਧਰਮ ਨਿਭਾਹਿਓ ਮੁਖ ਫਰਮਾਇਓ। ਆਪ ਜੀ ਕਿਰਪਾ ਕਰੋ, ਆਗਿਆ ਬਖਸ਼ੋ ਕਿ ਮੈਂ ਆਪਣਾ ਧਰਮ ਨਿਭਾ ਦਿਆਂ। ਛਤਰੀ ਕੋ ਪੂਤ ਹੋਂ ਬਾਹਮਣ ਕੋ ਨਹਿ, ਕਹਿਤਾ ਪਿਆਵਤ ਹੈ ਜੋ ਕਰੂੰ। ਛਤਰੀ ਦਾ ਧਰਮ ਜਿਹੜਾ ਹੈ ਉਹ ਯੁੱਧ ਮੈਦਾਨ ਵਿੱਚ ਜੂਝਣਾ ਹੀ ਹੈ। ਖੱਤਰੀ ਸੋ ਜੋ ਕਰਮਾਂ ਕਾ ਸੂਰ, ਪੁੰਨ ਦਾਨ ਕਾ ਕਰੇ ਸਰੀਰ। ਮਹਾਰਾਜ ਨੇ ਖੱਤਰੀ ਦੀ ਡੈਫੀਨੇਸ਼ਨ ਦੱਸੀ ਹੈ। ਖੱਤਰੀ ਉਹ ਹੈ ਖੇਤ ਪਛਾਣੈ ਬੀਜੈ ਦਾਨ, ਸੋ ਖੱਤਰੀ ਦਰਗਹਿ ਪ੍ਰਵਾਨ। ਖੱਤਰੀ ਜੋ ਖੇਤ ਦੇ ਵਿੱਚ ਮੈਦਾਨੇ ਜੰਗ ਵਿੱਚ ਜੂਝਦਾ ਹੈ, ਕਰਮਾਂ ਦਾ ਸੂਰਬੀਰ ਹੈ ਔਰ ਆਪਣਾ ਆਪ ਹੀ ਦਾਨ ਕਰ ਦਿੰਦਾ, ਆਪਣੇ ਸਰੀਰ ਦਾ ਦਾਨ ਕਰ ਦਿੰਦਾ, ਆਪਣੀ ਜਾਨ ਵਾਰ ਦਿੰਦਾ ਹੈ। ਤੁਰਕ ਸਮੂਹਨ ਕਰ ਕਰ ਹੂਹਨ। ਇਹ ਮਹਾਰਾਜ ਤੁਰਕਾਂ ਦੇ ਜਥਿਆਂ ਦੇ ਜਥੇ ਬੜੇ ਹੱਲੇ ਕਰਕੇ ਆ ਰਹੇ ਨੇ। ਕਰੋ ਹਟਾਵਨ ਕਤਰਨ ਥਾਵਨ। ਆਪ ਜੀ ਕਿਰਪਾ ਕਰੋ, ਮੈਂ ਇਹਨਾਂ ਨੂੰ ਮੈਦਾਨੇ ਜੰਗ ਚੋਂ ਪਿਛਾਂ ਹਟਾ ਦਿਆਂ, ਇਹਨਾਂ ਦੇ ਦੰਦ ਖੱਟੇ ਕਰ ਦਿਆਂ। ਸੁਨ ਬਿਕਸੇ ਗੁਰ ਕਹੇ ਭਲੇ ਉਰ। ਮਹਾਰਾਜ ਸਾਹਿਬਜ਼ਾਦੇ ਦੀ ਗੱਲ ਸੁਣ ਕੇ ਪ੍ਰਸੰਨ ਹੋਏ ਤੇ ਕਹਿਣ ਲੱਗੇ, ਭਲੀ ਗੱਲ ਹੈ ਪੁੱਤਰ, ਸ਼ਾਬਾਸ਼ ਤੈਨੂੰ। ਹੱਥ ਤੁਰਕਾਂ ਨਹਿ ਕਰ ਕਮਸਾਨ ਹੈ। ਜਾ ਪੁੱਤਰ ਕਮਸਾਨ ਦਾ ਯੁੱਧ ਕਰ ਤੇ ਵੈਰੀਆਂ ਨੂੰ ਮਾਰ। ਸ਼ੁਭ ਪਦ ਪਾਵ ਹੋ ਮਮ ਮਨ ਭਾਵ ਹੋ। ਇਹ ਪੁੱਤਰ ਇਹ ਛਤਰੀਆਂ ਦੀ ਪਦਵੀ ਹੈ, ਸੂਰਬੀਰ ਯੋਧਿਆਂ ਦਾ। ਇਸੇ ਤਰ੍ਹਾਂ ਹੀ ਸਨਾਤਨ ਧਰਮ ਚੱਲਿਆ, ਸਦਾ ਧਰਮ ਛਤਰੀਨ ਕੋ ਚਲਿਓ ਸਨਾਤਨ ਆਏ। ਪੁਰਾਤਨ ਯੁੱਗਾਂ ਤੋਂ ਹੀ ਚੱਲਿਆ ਆਉਂਦਾ ਹੈ। ਜਸ ਬਿਥਾਰ ਹੋ ਅਰਗਨ ਮਾਰ ਹੋ। ਆਪਣੀ ਕੁਲ ਦੀ ਲਾਜ ਰੱਖੋ, ਆਪਣਾ ਜਸ ਸੰਸਾਰ ਵਿੱਚ ਤੁਹਾਡਾ ਪਸਰੇਗਾ। ਵੈਰੀਆਂ ਦਾ ਨਾਸ ਕਰੋ, ਧਰਮ ਦਾ ਪ੍ਰਕਾਸ਼ ਕਰੋ। ਸਿੱਖ ਲਿਓ ਸੰਗ ਹੈ ਹਿਤ ਅਤ ਜੰਗ ਹੈ। ਆਪਣੇ ਨਾਲ ਸਾਥੀ ਸਿੰਘਾਂ ਨੂੰ ਲੈ ਕੇ ਮੈਦਾਨੇ ਜੰਗ ਵਿੱਚ ਜਾਓ। ਦੋਹਰਾ ਸਦਾ ਧਰਮ ਛਤਰੀਨ ਕੋ। ਮਹਾਰਾਜ ਕਹਿੰਦੇ ਸਦਾ ਧਰਮ ਛਤਰੀਨ ਕੋ। ਛਤਰੀਆਂ ਦਾ ਸਦਾ ਸਨਾਤਨ ਪੁਰਾਤਨ ਯੁੱਗਾਂ ਤੋਂ ਇਹ ਧਰਮ ਚੱਲਿਆ ਆਉਂਦਾ ਹੈ। ਚਲਿਓ ਸਨਾਤਨ ਆਏ। ਇਹ ਪੁਰਾਣੇ ਯੁੱਗਾਂ ਤੋਂ ਹੀ, ਸਤਿਯੁਗ ਤੋਂ ਹੀ ਚੱਲਿਆ ਆਉਂਦਾ ਹੈ। ਕੁਝ ਸਮ ਗਏ ਅਭਿਮਾਨੂ ਕੀ। ਮਹਾਰਾਜ ਕਹਿੰਦੇ ਪੁੱਤਰ ਤੇਰੇ ਜਿੰਨੀ ਉਮਰ ਸੀ ਅਭਿਮਨਿਊ ਦੀ, ਜਿਹੜਾ ਅਰਜਨ ਦਾ ਪੁੱਤਰ ਮਹਾਭਾਰਤ ਦੇ ਯੁੱਧ ਵਿੱਚ ਚੱਕਰਵਿਊਹ ਤੋੜਨ ਗਿਆ ਸੀ। ਕਰਿਓ ਜਗਤ ਜਸ ਗਾਏ। ਅੱਜ ਤੱਕ ਉਹਦਾ ਢਾਡੀ ਜਸ ਗਾਉਂਦੇ ਨੇ। ਸਾਰਾ ਸੰਸਾਰ ਅਭਿਮਨਿਊ ਦੀ ਬਹਾਦਰੀ ਦਾ ਜ਼ਿਕਰ ਕਰਦਾ ਹੈ। ਅਜੇ ਉਹਦੇ ਘਰ ਉਹਦੀ ਘਰਵਾਲੀ ਦੇ ਪੇਟ ਵਿੱਚ ਬੱਚਾ ਸੀ ਤੇ ਆਪਣੀ ਕੁੱਲ 17-18 ਸਾਲ ਦੀ ਉਮਰ ਸੀ ਅਭਿਮਨਿਊ ਦੀ। ਜਾ ਕੇ ਦੁਸ਼ਮਣ ਦਾ ਬਣਾਇਆ ਕੌਰਵਾਂ ਦਾ ਚੱਕਰਵਿਊਹ ਤੋੜ ਦਿੱਤਾ
ਤੇ ਆਪ ਉਹਦੇ 'ਚ ਸ਼ਹੀਦ ਹੋ ਗਿਆ ਸੀ। ਸਨਮੁਖ ਰਨ ਮਾਰਨ ਮਰਨ, ਸਨਮੁਖ ਵੈਰੀ ਨੂੰ ਮਾਰਨਾ ਤੇ ਮਰਨਾ, ਕਰਨ ਪੀਠ ਨਹਿ ਦੇਨ, ਵੈਰੀ ਨੂੰ ਪਿੱਠ ਨਹੀਂ ਦੇਣੀ। ਸੁਭ ਪਦ ਕੋ ਪਰਲੋਕ ਮਹਿ, ਇਹੋ ਜਿਹੇ ਛਤਰੀ ਨੂੰ ਲੋਕ ਪਰਲੋਕ ਵਿੱਚ ਸੋਭਾ ਹੁੰਦੀ ਹੈ। ਇੱਥੇ ਉਹਦਾ ਸੰਸਾਰ ਤੇ ਨਾਮ ਰਹਿੰਦਾ ਹੈ ਤੇ ਪਰਲੋਕ ਵਿੱਚ ਅਕਾਲ ਪੁਰਖ ਗੁਰੂ ਨਾਨਕ ਦੇ ਚਰਨਾਂ 'ਚ ਥਾਂ ਮਿਲਦੀ ਹੈ। ਅਵਨੀ ਮਹਿ ਜਸ ਲੈਨ, ਸਾਰੀ ਧਰਤੀ ਤੇ ਉਹਦੀ ਮਹਿਮਾ ਹੁੰਦੀ ਹੈ। ਰਾਜ ਛੰਦ ਬਲੀ ਅਜੀਤ ਸਿੰਘ ਜੀ ਨਿਖੰਗ ਅੰਗ ਸੰਗ ਹੈ। ਕਹਿੰਦੇ ਬਾਬਾ ਅਜੀਤ ਸਿੰਘ ਜੀ ਬੜੇ ਬਲੀ, ਬੜੇ ਸੂਰਮੇ, ਤੀਰਾਂ ਦਾ ਪੱਥਾ ਮੋਢੇ ਨੂੰ ਲਾਇਆ ਹੋਇਆ, ਕਮਰ ਕਸੇ 'ਚ ਕੱਸਿਆ ਹੋਇਆ, ਬੈਲਟ ਉਹਦੀ ਲੱਕ ਨੂੰ ਬੰਨੀ ਹੋਈ ਹੈ। ਭੀਖਣ ਨਿਰੀਖਣ ਸੁਤੀਖਣ ਖਤੰਗ ਹੈ, ਬੜੇ ਭਿਆਨਕ ਤਿੱਖੇ ਫੁਲਾਦੀ ਤੀਰ ਪੱਥੇ 'ਚ ਭਰੇ ਹੋਏ ਨੇ। ਕਿਰਪਾਨ ਹਿਮ ਮੂਰਤ ਸ਼ੋਕ ਦੰਦ ਲੈ ਕਠੋਰ ਕੋ, ਸੋਨੇ ਦੇ ਮੁੱਠੇ ਵਾਲੀ ਸੁਨਹਿਰੀ ਤੇਗ ਜਿਹਦੇ ਤੇ ਮੁੱਠੇ 'ਚ ਹੀਰੇ ਮੋਤੀ ਜੜੇ, ਇਹੋ ਜਿਹੀ ਫੁਲਾਦੀ ਤਲਵਾਰ ਗਾਤਰੇ ਵਿੱਚ ਹੈ। ਤਰੇ ਸਮੂਹ ਅਯੁੱਧਾਨ ਦੀ ਦੀਰਘ ਘਾਇ ਕੋਰ ਕੋ, ਕਹਿੰਦੇ ਬੜੇ ਬੜੇ ਕੀਮਤੀ ਸ਼ਸਤਰ ਕਮਰ ਕਸੇ 'ਚ ਪੇਸ਼ ਕਬਜ, ਖੰਜਰ, ਕਟਾਰ, ਬਿਛੂਆ, ਬੁਗਦਾ, ਜੰਬੀਆ ਆਦਿ ਸਜਾਏ ਹੋਏ ਨੇ। ਦਈ ਪਿਤਾ ਪ੍ਰਦਛਨਾ ਸੁਬੰਧ ਨਾਹਿ ਠਾਨ ਕੈ, ਤਿਆਰ ਬਰ ਤਿਆਰ ਬਾਬਾ ਅਜੀਤ ਸਿੰਘ ਜੀ ਆਪਣੇ ਪਿਤਾ ਜੀ ਦੀਆਂ ਪਰਿਕਰਮਾ ਕੀਤੀਆਂ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ। ਆਨੰਦ ਤੇ ਬਲੰਦ ਨੈਣ ਪੇ ਪਖਲ ਮਾਨ ਕੈ, ਖੁਸ਼ੀ ਦੇ ਨਾਲ ਪੁੱਤਰ ਦੀਆਂ ਅੱਖਾਂ ਵਿੱਚ ਵੀ ਚੜ੍ਹਦੀ ਕਲਾ ਤੇ ਪਿਤਾ ਜੀ ਵੀ ਪ੍ਰਸੰਨ ਹੋਏ ਹਨ। ਚਲਿਓ ਸੁਕੌਰ ਠੌਰ ਕੋ ਜਿਥਾ ਮ੍ਰਿਗਿੰਦ ਪੈ ਬਿਨਾ, ਸਾਧ ਸੰਗਤ ਜੀ ਤਿਆਰ ਬਰ ਤਿਆਰ ਹੋ ਕੇ ਸਾਹਿਬਜ਼ਾਦਾ ਦਰਵਾਜ਼ੇ ਵਾਲੇ ਪਾਸੇ ਨੂੰ ਮੁੜਿਆ ਹੈ, ਜਿਵੇਂ ਬੱਬਰ ਸ਼ੇਰ ਗੁਫਾ ਤੋਂ ਬਾਹਰ ਨਿਕਲਦਾ ਹੈ। ਵੀਰ ਸੰਗ ਪੰਜ ਪੇਰ ਜਾਏ ਮਾਨ ਕੈ ਮਨਾ, ਪੰਜ ਸਿੰਘਾਂ ਦਾ ਜਥਾ ਨਾਲ ਹੈ, ਬੜੇ ਬੜੇ ਸੂਰਮੇ ਯੋਧੇ ਨਾਲ ਲੈ ਲਏ ਹਨ। ਕਿਹੜੇ ਕਿਹੜੇ ਸਿੰਘ ਨਾਲ ਲਏ ਹਨ? ਸਵਈਆ ਆਲਮ ਸਿੰਘ ਤੇਰੇ ਸਭ ਆਯੁਧ, ਜਿਨ੍ਹਾਂ ਵਿੱਚੋਂ ਸ਼੍ਰੋਮਣੀ ਸੂਰਬੀਰ ਯੋਧੇ ਗੁਰੂ ਕਲਗੀਧਰ ਜੀ ਦੇ ਸਾਰੀ ਉਮਰ ਜੋ ਗੜਵਈ ਰਹੇ ਹਨ। ਭਾਈ ਸਾਹਿਬ ਭਾਈ ਆਲਮ ਸਿੰਘ ਜੀ ਸਿਆਲਕੋਟ ਦੇ ਰਹਿਣ ਵਾਲੇ, ਕਹਿੰਦੇ ਨਾਲ ਤਿਆਰ ਬਰ ਤਿਆਰ ਸ਼ਸਤਰ ਲੈ ਕੇ ਚੜੇ ਹਨ ਜੰਗ ਨੂੰ। ਜਾਤ ਜਿਸੀ ਰਜਪੂਤ ਭਲੇਰੀ, ਜਿਸ ਦੀ ਜਾਤ ਰਾਜਪੂਤ ਹੈ ਔਰ ਇਹ ਸਿਆਲਕੋਟ ਦਾ ਰਹਿਣ ਵਾਲਾ 10ਵੇਂ ਪਾਤਸ਼ਾਹ ਦਾ ਗੜਵਈ। ਸਾਧ ਸੰਗਤ ਜੀ ਇੱਕ ਇਹੋ ਜਿਹਾ ਸਿੰਘ ਹੋਇਆ ਜਿਹੜਾ ਸਾਰੀ ਉਮਰ ਸੁੱਤਾ ਹੀ ਨਹੀਂ। ਦਿਨੇ ਸਰਬਲੋ ਦਾ ਗੜਵਾ ਹੱਥ ਵਿੱਚ ਹੁੰਦਾ ਸੀ, ਮੋਢੇ ਬੰਦੂਕ, ਕਾਟਰੇ, ਢਾਲ, ਤਲਵਾਰ, ਤਿਆਰ ਬਰ ਤਿਆਰ ਮਹਾਰਾਜ ਦਾ ਗੜਵਈ। ਸਤਿਗੁਰਾਂ ਨੂੰ ਪ੍ਰਸ਼ਾਦਾ ਛਕਾਣਾ, ਹੱਥ ਧੁਆਣੇ, ਤਿਆਰ ਬਰ ਤਿਆਰ ਕੋਲ ਰਹਿਣਾ। ਜੰਗਲ ਵਿੱਚ ਸ਼ਿਕਾਰ ਖੇਡਣ ਜਾਣਾ ਤੇ ਬੜੇ ਬੜੇ ਖੁੰਖਾਰ ਜਾਨਵਰਾਂ, ਬੱਬਰ ਸ਼ੇਰਾਂ ਤੱਕ ਦਾ ਸ਼ਿਕਾਰ ਖੇਡਣਾ। ਔਰ ਸਾਧ ਸੰਗਤ ਜੀ ਉੱਡਦੇ ਪੰਛੀ ਨੂੰ 1 ਮੀਲ ਤੋਂ ਗੋਲੀ ਮਾਰ ਕੇ ਅਸਮਾਨ ਤੋਂ ਥੱਲੇ ਸੁੱਟ ਲੈਂਦਾ ਸੀ, ਇੰਨਾ ਨਿਸ਼ਾਨਾ ਸੀ ਆਲਮ ਸਿੰਘ ਦਾ। 10ਵੇਂ ਪਾਤਸ਼ਾਹ ਦੇ ਨਾਲ ਰਹਿੰਦਾ ਭਾਈ ਸਾਹਿਬ ਭਾਈ ਆਲਮ ਸਿੰਘ ਅੱਜ ਆਖਰੀ ਫਤਿਹ ਗੁਜਾ ਚੱਲਿਆ। ਮਹਾਰਾਜ ਨੇ ਬਚਿੱਤਰ ਨਾਟਕ ਅੱਜ ਸਵੇਰੇ ਪਾਠ ਕਰ ਰਹੇ ਸੀ ਬੱਚੇ, ਉਹਦੇ 'ਚ ਇੱਕ ਪੰਕਤੀ ਆਈ ਸੀ, ਜਬ ਦਲ ਪਾਰ ਨਦੀ ਕੇ ਆਇਓ, ਆਣ ਆਲਮੇ ਹਮੇ ਜਗਾਇਓ। ਜਦੋਂ ਰੁਸਤਮ ਖਾਨ, ਦਿਲਾਵਰ ਖਾਨ ਦੀਆਂ ਫੌਜਾਂ ਅੱਧੀ ਰਾਤ ਨੂੰ ਅਨੰਦਪੁਰ ਸਾਹਿਬ ਤੇ ਹੱਲਾ ਕਰਨ ਆਈਆਂ, ਕਲਗੀਧਰ ਜੀ ਪਲੰਘ ਤੇ ਬਿਰਾਜੇ ਹੋਏ ਸਨ। ਭਾਈ ਆਲਮ ਸਿੰਘ ਜੀ ਨੇ ਆ ਕੇ ਚਰਨਾਂ ਨੂੰ ਹੱਥ ਲਾਇਆ, ਮਹਾਰਾਜ ਨੂੰ ਜਗਾਇਆ। ਜਬ ਦਲ ਪਾਰ ਨਦੀ ਕੇ ਆਇਓ, ਆਣ ਆਲਮੇ ਹਮੇ ਜਗਾਇਓ। ਇਹ ਰਾਤ ਨੂੰ ਵੀ ਜਾਗਦਾ, ਪਹਿਰਾ ਦਿੰਦਾ, ਬੰਦੂਕ ਲੈ ਕੇ ਹਜੂਰ ਦੇ ਚਰਨਾਂ ਨਾਲ ਖੜਾ ਰਹਿੰਦਾ ਸੀ। ਇੱਕ ਹੋਰ ਆਲਮ ਸਿੰਘ ਦੀ ਗੱਲ ਇਤਿਹਾਸ 'ਚੋਂ ਮਿਲਦੀ ਹੈ ਕਿ ਆਲਮ ਸਿੰਘ ਨੇ ਮਹਾਰਾਜ ਨੂੰ ਇੱਕ ਵਾਰੀ ਬੇਨਤੀ ਕੀਤੀ। ਸਿੰਘਾਂ ਦੇ ਮਨ 'ਚ ਪਿਆਰ ਗੁਰੂ ਵਾਸਤੇ ਕਿੰਨਾ ਹੁੰਦਾ ਸੀ, ਕਿਵੇਂ ਗੁਰੂ ਦੇ ਪ੍ਰੇਮ 'ਚ ਰੰਗੇ ਸਨ। ਭਾਈ ਆਲਮ ਸਿੰਘ ਕਹਿੰਦੇ, ਮਹਾਰਾਜ ਸੁਣਿਆ ਔਰੰਗਜ਼ੇਬ ਸੋਨੇ ਦੇ ਮਹਿਲ 'ਚ ਸੌਂਦਾ ਹੈ। ਮਹਾਰਾਜ ਕਹਿੰਦੇ ਹੁਣ ਸੌਂਦਾ ਹੋਵੇਗਾ? ਕਹਿੰਦਾ ਮਹਾਰਾਜ ਨਹੀਂ, ਤੁਸੀਂ ਉਸ ਤੋਂ ਵੱਡੇ ਬਾਦਸ਼ਾਹ ਹੋ। ਮੇਰੀ ਇੱਛਾ ਜਿਹੜੇ ਕਮਰੇ 'ਚ ਆਪ ਜੀ ਸੌਂਦੇ ਹੋ ਕੰਧਾਂ 'ਤੇ ਸੋਨਾ ਲਾਣਾ ਹੈ। ਮਹਾਰਾਜ ਕਹਿੰਦੇ ਸਾਨੂੰ ਸੋਨੇ ਦੀ ਇੱਛਾ ਤਾਂ ਹੈ ਨਹੀਂ। ਕਹਿੰਦਾ ਭਾਵੇਂ ਤੁਹਾਡੀ ਇੱਛਾ ਨਹੀਂ, ਮੇਰੀ ਇੱਛਾ ਤਾਂ ਹੈ। ਕਹਿੰਦੇ ਸਤਿਗੁਰਾਂ ਦੀ ਇੱਛਾ ਨਹੀਂ ਸੀ, ਪਰ ਆਲਮ ਸਿੰਘ ਨੇ ਆਪਣੀ ਇੱਛਾ ਦੇ ਨਾਲ ਸਤਿਗੁਰਾਂ ਕੋਲੋਂ ਮਨਜ਼ੂਰੀ ਲੈ ਕੇ ਉਹ ਸਾਰੇ ਕਮਰੇ ਦੇ, ਜਿਵੇਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਆਲੇ ਦੁਆਲੇ ਕੰਧਾਂ 'ਤੇ ਚਿੱਤਰਕਾਰੀ ਹੈ ਨਾ ਸੁਨਹਿਰੀ, ਸਤਿਗੁਰਾਂ ਦੇ ਕਮਰੇ ਦੀ ਸੇਵਾ ਇਸ ਤਰ੍ਹਾਂ ਕਰਾਈ ਸੀ ਭਾਈ ਆਲਮ ਸਿੰਘ ਜੀ ਨੇ।
ਜਿਹਦੇ 'ਚ ਸੱਚੇ ਪਾਤਸ਼ਾਹ ਜੀ ਰਾਤ ਨੂੰ ਬਿਰਾਜਿਆ ਕਰਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸੋ ਇਸ ਤਰ੍ਹਾਂ ਦੇ ਭਾਈ ਆਲਮ ਸਿੰਘ ਜੀ ਪ੍ਰੇਮ ਵਾਲੇ ਸਿੰਘ ਹੋਏ ਹਨ। ਇਹਨਾਂ ਨੂੰ ਸਤਿਗੁਰੂ ਨੱਚਣਾ ਕਹਿੰਦੇ ਸਨ। ਆਲਮ ਸਿੰਘ ਨੱਚਣਾ ਜਿਸ ਕਹੇ, ਨੱਚਣਾ ਤਾਂ ਕਹਿੰਦੇ ਸੀ, ਇਹਦੇ ਪੈਰ ਜ਼ਮੀਨ ਤੇ ਲੱਗਦੇ ਹੀ ਨਹੀਂ ਸੀ, ਇੰਨਾ ਫੁਰਤੀਲਾ ਸੀਗਾ ਵੀ ਜਿਹੜਾ ਵੀ ਕੋਈ ਸੇਵਾ ਦਾ ਪਹਿਰਾ ਹੁੰਦਾ ਸੀ ਉਹ ਵੀ ਭੱਜ ਭੱਜ ਕੇ ਕਰਨਾ, ਤੇ ਜੰਗ ਦੇ ਮੈਦਾਨ ਵਿੱਚ ਤੇ ਉੱਡਦਾ ਹੀ ਫਿਰਦਾ ਸੀਗਾ। ਤੇ ਮਹਾਰਾਜ ਕਹਿੰਦੇ ਜੰਗ ਕਰਦਾ ਕਿ ਨੱਚਦਾ ਹੈ। ਸੋ ਇਹੋ ਜਿਹਾ ਸੂਰਮਾ ਮਹਾਰਾਜ ਦਾ ਅਖੀਰਲੀ ਫਤਿਹ ਬੁਲਾ ਕੇ ਸਾਹਿਬਜ਼ਾਦੇ ਅਜੀਤ ਸਿੰਘ ਦੇ ਹਮਰਕਾਬ ਹੋ ਕੇ ਚੜ੍ਹਿਆ ਹੈ। ਖਾਸ ਮੁਸਾਹਿਬ ਦਾਸ ਗੁਰੂ ਕੋ, ਇਹ ਸਤਿਗੁਰਾਂ ਦਾ ਖਾਸ ਮੁਸਾਹਿਬ ਸੀ, ਖਾਸ ਸੇਵਾਦਾਰ ਸੀ, ਜਿਹਦੇ ਹੱਥੋਂ ਸਤਿਗੁਰੂ ਰੋਜ਼ ਪ੍ਰਸ਼ਾਦਾ ਛਕਦੇ ਸਨ। ਜਿਹੜਾ ਸਤਿਗੁਰਾਂ ਦੀ ਹਰ ਤਰ੍ਹਾਂ ਦੀ ਜਿਹੜੀ ਸਰੀਰਕ ਕਿਰਿਆ ਦੀ ਗੜਬਈ ਦੀ ਸੇਵਾ ਹੁੰਦੀ ਹੈ ਨਾ, ਉਹ ਨਿਭਾਇਆ ਕਰਦਾ ਸੀ ਤੇ ਬਾਹਰਲੀ ਵੀ ਗੱਲਾਂ ਜ਼ਿੰਮੇਵਾਰੀ ਨਾਲ ਵੇਖਦਾ ਸੀ। ਪਾਸ ਰਹਿ ਨਿਤ ਸ੍ਰੀ ਮੁਖ ਹੈਰੀ, ਇਹ ਰੋਜ਼ ਮਹਾਰਾਜ ਦੇ ਕੋਲ ਰਹਿੰਦਾ ਸੀ ਤੇ ਹਰ ਵੇਲੇ ਮਹਾਰਾਜ ਦੇ ਚਿਹਰੇ ਵੱਲ ਵੇਖਦਾ ਰਹਿੰਦਾ ਸੀ। ਹਰ ਵੇਲੇ ਸਤਿਗੁਰਾਂ ਦੇ ਦਰਸ਼ਨ ਕਰਦਾ ਰਹਿੰਦਾ ਸੀ ਤੇ ਪਿਆਰ ਵਿੱਚ ਭਿੱਜਾ ਗੁਰਬਾਣੀ ਪੜ੍ਹਦਾ ਰਹਿੰਦਾ। ਤਿਆਰ ਬਰ ਤਿਆਰ ਸੂਰਮਾ ਛੈਲ ਛਬੀਲਾ, 6 ਫੁੱਟ ਲੰਮਾ ਉੱਚਾ ਕੱਦ ਸੀ ਸਿੰਘ ਦਾ। ਬੋਲਨ ਕੇਰ ਬਿਲਾਸ ਕਰੈ, ਮਹਾਰਾਜੇ ਦੇ ਨਾਲ ਬੜੇ ਵਚਨ ਕਰਿਆ ਕਰਦੇ ਸਨ। ਕਦੀ ਹੱਸ ਕੇ ਵਚਨ ਕਰਿਆ ਕਰਦੇ ਸਨ, ਕਦੀ ਰਾਜਨੀਤੀ ਦੇ, ਕਦੀ ਜੰਗ ਦੇ, ਕਦੀ ਸਤਿਗੁਰੂ ਅਧਿਆਤਮਿਕ ਦੇ ਵਚਨ। ਆਲਮ ਸਿੰਘ ਦੇ ਨਾਲ ਤਾਂ ਹਰ ਵੇਲੇ ਹੀ ਵਚਨ ਚੱਲਦੇ ਰਹਿੰਦੇ ਸਨ। ਜਿਹ ਸੰਗ ਸਦਾ ਕਰਨਾ ਬਹੁ ਤੇਰੀ, ਸਾਧ ਸੰਗਤ ਜੀ ਦੇ ਉੱਤੇ ਮਹਾਰਾਜ ਦੀ ਬਾਹਲੀ ਕਿਰਪਾ ਸੀ। ਆਲਮ ਸਿੰਘ ਮੁਸਾਹਿਬ ਦੇ ਉੱਤੇ ਸੇਵਾਦਾਰ ਸਤਿਗੁਰਾਂ ਦਾ ਗੜਵਈ। ਆਇਸ ਲਹਿਤ ਸੰਘਰ ਕੇ, ਮਹਾਰਾਜ ਤੋਂ ਆਗਿਆ ਲਈ ਆਲਮ ਸਿੰਘ ਨੇ ਯੁੱਧ ਵਿੱਚ ਜਾਣ ਦੀ। ਮਨ ਹੋਏ ਆਨੰਦ ਚਲਿਓ ਤਿਸ ਬੇਰੀ, ਬੜੇ ਆਨੰਦ ਦੇ ਨਾਲ ਬਾਬਾ ਅਜੀਤ ਸਿੰਘ ਦੇ ਨਾਲ ਮੈਦਾਨੇ ਜੰਗ ਨੂੰ ਚੱਲਿਆ ਹੈ। ਸੱਚੇ ਪਾਤਸ਼ਾਹ ਜੀ ਨੂੰ ਆਖਰੀ ਫਤਿਹ ਬੁਲਾ ਗਿਆ ਹੈ। ਗੁਰ ਨੰਦਨ ਸੰਗ ਆਨੰਦਤ ਅੰਗ, ਗੁਰੂ ਦੇ ਪੁੱਤਰ ਦੇ ਨਾਲ ਬੜੇ ਆਨੰਦ ਨਾਲ ਚੜਿਆ ਹੈ ਆਲਮ ਸਿੰਘ ਸੂਰਮਾ ਜੰਗ ਨੂੰ। ਜਵਾਹਰ ਸਿੰਘ ਚਲਿਓ ਭਟ ਭਾਰੀ, ਇੱਕ ਹੋਰ ਬੜਾ ਯੋਧਾ ਸੀ, ਉਹਦਾ ਨਾਂ ਸੀ ਭਾਈ ਜਵਾਹਰ ਸਿੰਘ। ਇਹ ਸਾਧ ਸੰਗਤ ਜੀ 25 ਸਿੰਘ ਇਹੋ ਜਿਹੇ ਸਨ ਮਹਾਰਾਜ ਦੀ ਕਮਰ ਕਸੇ ਦੇ ਆਲੇ ਦੁਆਲੇ ਰਹਿੰਦੇ ਪਲੰਘ ਦੇ, ਜਿਨ੍ਹਾਂ ਦੀ ਕਮਾਂਡੋ ਵਰਗੀ ਟ੍ਰੇਨਿੰਗ ਸੀ, ਜਿਨ੍ਹਾਂ ਚੋਂ ਭਾਈ ਬਚਿੱਤਰ ਸਿੰਘ ਜੀ, ਉਦੈ ਸਿੰਘ ਜੀ, ਅਜਬ ਸਿੰਘ ਜੀ, ਅਜੈਬ ਸਿੰਘ ਜੀ, ਅਨਕ ਸਿੰਘ ਜੀ, ਭਾਈ ਨਾਰ ਸਿੰਘ ਜੀ, ਸ਼ੇਰ ਸਿੰਘ ਜੀ, ਇਸੇ ਤਰ੍ਹਾਂ ਜਵਾਹਰ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਇਹ ਬੜੇ ਸੂਰਮੇ ਜੰਗੀ ਯੋਧੇ ਸਨ। ਸੋ ਉਹ ਸਾਰੇ ਸਿੰਘਾਂ ਵਿੱਚੋਂ ਕੁਝ 94 ਸਿੰਘ ਸਾਹਿਬਜ਼ਾਦੇ ਨਾਲ ਚੱਲੇ। ਦੂਜੇ ਦਾ ਨਾਮ ਜਵਾਹਰ ਸਿੰਘ ਹੈ। ਜਿਮ ਆਵਤ ਬ੍ਰਿੰਦ ਮਲੇਸ਼ ਚਲੇ, ਜਿਵੇਂ ਵੈਰੀ ਮਲੇਸ਼ ਦਲਾਂ ਦੇ ਦਲ ਮਾਰੋ ਮਾਰ ਕਰਦੇ ਆ ਰਹੇ ਸਨ। ਜਨ ਸੰਮੁਖ ਰੋਕ ਬਿਲੋਕ ਅਗਾਰੀ, ਉਹਨਾਂ ਦਾ ਰਾਹ ਰੋਕਣ ਲਈ ਸਾਹਿਬਜ਼ਾਦੇ ਦੇ ਨਾਲ ਇਹ ਸਿੰਘ ਚੜੇ ਨੇ। ਕਰ ਤੋਮਰ ਛੋੜ ਤੂੰ ਫੰਗਨ ਤੂਰਨ, ਆ ਬੜੇ ਬੜੇ ਤੀਖੇ ਪਰਛੇ ਇਹਨਾਂ ਦੇ ਹੱਥਾਂ ਵਿੱਚ ਢਾਲਾਂ ਤਲਵਾਰਾਂ ਨਾਲ ਸਜੇ ਨੇ। ਤੀਰ ਕਮਾਨ ਮੋਢਿਆਂ ਤੇ ਹਨ। ਗੇਰ ਦੜਾ ਦਰ ਭੂਮ ਮਝਾਰੀ, ਔਰ ਵੈਰੀ ਤੇ ਤੀਰਾਂ ਦਾ ਮੀਂਹ ਬਰਾਂਦੇ ਨੇ, ਵੈਰੀ ਨੂੰ ਦੜਾ ਦੜ ਜ਼ਮੀਨ ਤੇ ਸਿੱਟਦੇ ਨੇ। ਮੁਖ ਬੋਲਤ ਸ੍ਰੀ ਗੁਰਦੇਵ ਫਤਿਹ ਕਹੋ, ਔਰ ਗੁਰੂ ਦੀ ਫਤਿਹ ਗੱਜ ਕੇ ਬੋਲਦੇ ਨੇ। ਤਰਾਸ ਬਹੀਨ ਲਏ ਅਰਮਾਰੀ, ਇਹ ਨਿਰਭੈ ਹੋ ਕੇ ਜੰਗ ਦੇ ਮੈਦਾਨ 'ਚ ਜੂਝਣ ਵਾਲੇ ਸੂਰਮੇ ਹਨ, ਵੈਰੀ ਨੂੰ ਹਿਲਾ ਕੇ ਰੱਖ ਦੇਣਗੇ। ਦੋਹਰਾ ਧਿਆਨ ਸਿੰਘ ਔਰ ਧਿਆਨ ਗੁਰ, ਇੱਕ ਭਾਈ ਧਿਆਨ ਸਿੰਘ ਗੁਰੂ ਦੇ ਚਰਨਾਂ ਦਾ ਧਿਆਨ ਧਰ ਕੇ ਬਰਿਓ ਅਰਨ ਮਹਿ ਦੌਰ, ਵੈਰੀ ਦੇ ਦਲ ਵਿੱਚ ਜਾ ਵੜਿਆ ਸਾਹਿਬਜ਼ਾਦੇ ਦੇ ਨਾਲ। ਠੌਰ ਠੌਰ ਹਲ ਚੱਲ ਪਰੀ, ਥਾਂ ਥਾਂ ਤੇ ਹਲਚਲੀ ਪਾ ਦਿੱਤੀ, ਮੈਦਾਨੇ ਜੰਗ 'ਚ ਜਾ ਕੇ ਭੜਥੂ ਪਾ ਦਿੱਤਾ। ਗੁਰਸੁਤ ਤੇ ਬੜ ਰੌਰ, ਗੁਰੂ ਦੇ ਪੁੱਤਰ ਦੇ ਆਉਣ ਕਰਕੇ ਦੁਸ਼ਮਣ ਦਲਾਂ 'ਚ ਡੋਲਾ ਪੈ ਗਿਆ। ਜਿਹੜੇ ਜਾਣਦੇ ਸਨ ਵੀ ਇਹ ਗੁਰੂ ਦਾ ਪੁੱਤਰ ਹੈ, ਉਹ ਮੂੰਹ ਜੁੰਗਲਾਂ ਲਾ ਪਾ ਕੇ ਦੇਖਣ ਲੱਗ ਪਏ ਵੀ ਇਹ ਗੁਰੂ ਕਿਹੜੀ ਮਿੱਟੀ ਦਾ ਹੈ। ਆਪਣੇ ਪੁੱਤਰਾਂ ਨੂੰ ਵੀ ਜੰਗ 'ਚ ਭੇਜ ਦਿੱਤਾ ਹੈ। ਸੁੱਖਾ ਸਿੰਘ ਤੁਫੰਗ ਲੈ, ਭਾਈ ਸੁੱਖਾ ਸਿੰਘ ਬੰਦੂਕ ਲੈ ਕੇ ਨਾਲ ਚੜਿਆ ਜੰਗ ਨੂੰ। ਨਹਿ ਬਰੂਦ ਗੁਲਕਾਨਾ, ਬਿਨਾਂ ਗੋਲੀਆਂ ਦੇ ਬਿਨਾਂ ਬਰੂਦ ਦੇ ਹੀ ਗੋਲੀ ਚਲਾਉਂਦਾ ਸੀ। ਤੋੜਾ ਮੋੜ ਕਲਾ ਜੜਿਓ, ਤੋੜਾ ਮੋੜ ਕੇ ਕਲਾ ਤੇ ਜੜਿਆ। ਦਸਤਰਵਾਂ ਔਰ ਕਿਰਪਾਨ, ਦਸਤਰਵਾਂ ਕਰਕੇ ਠਾ ਠਾ ਗੋਲੀਆਂ ਭਰਾਈ ਜਾਂਦਾ ਹੈ। ਤੱਕ ਦੁਸ਼ਮਨ ਕੇ ਗਾਤ ਕੋ, ਦੁਸ਼ਮਣ ਦੀ ਛਾਤੀ ਦਾ ਨਿਸ਼ਾਨਾ ਲੈਂਦਾ ਸੁੱਖਾ ਸਿੰਘ। ਪੂਰਨ ਕਲਾ ਝੁਕਾਏ, ਔਰ ਕਲਾ ਝੁਕਾ ਦਿੰਦਾ, ਬਟਨ ਦੱਬ ਦਿੰਦਾ ਹੈ। ਡੰਬੇ ਪਲੀਤਾ ਧੁਖ ਕੈ, ਜਦੋਂ ਪਲੀਤਾ ਧੁਖਦਾ ਡੰਬਦਾ ਪਲੀਤੇ ਨੂੰ। ਮਾਰਤ ਦੇਰ ਨ ਲਾਏ, ਗੋਲੀ ਮਾਰ ਕੇ ਵੈਰੀ ਨੂੰ ਧੜਮ ਕਰਕੇ ਥੱਲੇ ਸਿੱਟ ਦਿੰਦਾ, ਉਥਲ ਕੇ ਸਿੱਟ ਦਿੰਦਾ ਹੈ।
ਵੀਰ ਸਿੰਘ ਬਰ ਵੀਰ ਵੱਡ। ਪੰਜਵਾਂ ਸੂਰਮਾ ਵੀਰ ਸਿੰਘ ਹੈ, ਬੜਾ ਵੀਰ ਸ਼੍ਰੋਮਣੀ ਯੋਧਾ ਗੁਰੂ ਕਲਗੀਧਰ ਜੀ ਦਾ। ਕਰ ਬਹਾਦਰੀ ਪੂਰ। ਉਹ ਵੀ ਬੜਾ ਬਹਾਦਰ ਸੂਰਮਾ ਹੈ। ਇਹ ਭਾਈ ਆਲਮ ਸਿੰਘ ਜੀ, ਭਾਈ ਜਵਾਹਰ ਸਿੰਘ ਜੀ, ਧਿਆਨ ਸਿੰਘ ਜੀ, ਸੁਖਾ ਸਿੰਘ ਜੀ ਤੇ ਵੀਰ ਸਿੰਘ ਜੀ ਸਾਹਿਬਜ਼ਾਦੇ ਦੇ ਨਾਲ ਚੜੇ ਹਨ। ਇਤ ਉਤ ਹਨੈ ਮਲੇਸ਼ ਗਨ। ਔਰ ਇੱਧਰ ਉੱਧਰ ਵੈਰੀਆਂ ਦੇ ਦਲਾਂ 'ਚ ਜਾ ਕੇ ਖਲਬਲੀ ਮਚਾ ਦਿੱਤੀ, ਮਲੇਸ਼ਾਂ ਨੂੰ ਮਾਰ-ਮਾਰ ਸੁੱਟਦੇ ਹਨ। ਸੂਤ ਗੁਰੂ ਰਣਦੂਰ। ਗੁਰੂ ਦਾ ਪੁੱਤਰ ਬੜਾ ਸੂਰਮਾ ਆ ਗਿਆ ਮੈਦਾਨੇ ਜੰਗ ਵਿੱਚ। ਛਪੈ ਛੰਦ ਗੁਰ ਸੁਤ ਉਰ ਮਹਿ ਕੁਪਤ। ਭਾਈ ਸਾਹਿਬ ਜੀ ਹੁਣ ਉਹੋ ਜਿਹੇ ਛੰਦ ਲਿਖਣਗੇ ਜਿਹੜੇ ਵੀਰ ਰਸ ਦੇ ਵਿੱਚ ਪੂਰੇ ਢੁਕਦੇ ਹਨ। ਗੁਰ ਸੁਤ ਉਰ ਮੈਂ ਕੁਪਤ, ਗੁਰੂ ਦਾ ਪੁੱਤਰ ਹਿਰਦੇ 'ਚ ਕ੍ਰੋਧ ਵਿੱਚ ਆ ਕੇ ਕੁਪਤ ਬਹੁ ਹਨ ਕਰ ਡਾਰੇ। ਔਰ ਗੁੱਸੇ 'ਚ ਆ ਕੇ ਕੁਪੱਤਿਆਂ ਨੂੰ, ਵੈਰੀਆਂ ਨੂੰ ਮਾਰ-ਮਾਰ ਸੁੱਟਦਾ ਹੈ। ਇਹ ਯਮਕ ਅਲੰਕਾਰ ਹੈ। ਕੁਪਤ ਸ਼ਬਦ ਦੋ ਵਾਰੀ ਆਇਆ ਪਰ ਅਰਥ ਵੱਖਰਾ ਵੱਖਰਾ ਹੈ। ਗੁਰਸਤ ਉਰ ਮੈਂ ਕੁਪਤ, ਗੁਰੂ ਦਾ ਪੁੱਤਰ ਹਿਰਦੇ ਦੇ ਵਿੱਚ ਕੁਪਤ ਗੁੱਸੇ 'ਚ ਆਇਆ। ਕੁਪਤ ਬਹੁ ਹਨ ਕਰਦੇ, ਕੁਪੱਤੇ ਬੰਦੇ ਜਿਹੜੇ ਜਿਨ੍ਹਾਂ ਦੀ ਇੱਜ਼ਤ ਹੀ ਕੋਈ ਨਹੀਂ, ਜਿਹੜੇ ਆਪਣੇ ਧਰਮ ਇਮਾਨ ਤੋਂ ਗਿਰ ਚੁੱਕੇ, ਉਹ ਮਾਰ ਸਿੱਟੇ ਨੇ। ਐਂਚਿਤ ਨਿਥੁਰ ਕਮਾਨ। ਉਹ ਕੰਨਾਂ ਦਾ ਹੀ ਬੜਾ ਕਠੋਰ ਕਮਾਨ ਸਾਹਿਬਜ਼ਾਦਾ ਖਿੱਚ ਕੇ ਚਲਾਉਂਦਾ ਹੈ। ਖਾਨ ਖਾਨਨ ਨਿਰਵਾਰੇ। ਔਰ ਖਾਨਾਂ ਦਾ ਹੰਕਾਰ ਤੋੜਦਾ, ਉਹਨਾਂ ਦਾ ਮਾਣ ਤੋੜਦਾ ਹੈ ਤੀਰਾਂ ਨਾਲ। ਗਿਰਤੇ ਵੀਰ ਤੁਰੰਗ। ਕਹਿੰਦੇ ਜਵਾਨ ਤੇ ਘੋੜੇ ਦੜਾ ਦੜ ਡਿੱਗਦੇ ਨੇ ਸਾਹਿਬਜ਼ਾਦੇ ਦੇ ਤੀਰਾਂ ਨਾਲ। ਰੰਗ ਸ਼੍ਰੋਣਤ ਜਿਨ ਕੀਰਾ। ਕਹਿੰਦੇ ਸਾਰੀ ਧਰਤੀ ਲਹੂ ਨਾਲ ਲਾਲ ਕਰ ਦਿੱਤੀ ਹੈ। ਬਾਬਾ ਜੀ ਦੇ ਤੀਰਾਂ ਦੇ ਨਾਲ ਲਹੂ ਦੇ ਫੁਹਾਰੇ ਫੁੱਟੇ ਨੇ ਤੁਰਕਾਂ ਦੀਆਂ ਛਾਤੀਆਂ ਚੋਂ। ਤੀਛਨ ਬਾਣ ਪ੍ਰਹਾਰ। ਤਿੱਖੇ ਤੀਰ ਮਾਰਦਾ ਸਾਹਿਬਜ਼ਾਦਾ। ਹਾਰ ਦੇ ਤਰਾਸ ਵਡੇਰਾ। ਔਰ ਜਿੱਧਰ ਉਹਦਾ ਤੀਰ ਜਾਂਦਾ ਭੈ ਭੀਤ ਹੋ ਕੇ ਲੋਕ ਭੱਜਦੇ ਰਾਹ ਛੱਡ ਜਾਂਦੇ ਹਨ। ਰਿਪ ਸਿਪਰ ਜਿਹੇ ਬਖਤਰ ਕਵਚ। ਕਹਿੰਦੇ ਵੈਰੀ ਦੀਆਂ ਢਾਲਾਂ, ਉਹਨਾਂ ਦੀਆਂ ਜਿਹੜੀਆਂ ਪਾਈਆਂ ਸੰਜੋਵਾਂ, ਉਹਨਾਂ ਨੂੰ ਵੀ ਤੀਰਾਂ ਨਾਲ ਪਾੜ ਦਿੰਦਾ ਹੈ। ਪੇਟੀ ਆਤਕ ਫੋਰ ਕਰ। ਉਹਨਾਂ ਦੀ ਪਾਈ ਹੋਈ ਪੇਟੀ ਵੀ ਪਾੜ ਦਿੰਦਾ। ਛਾਤੀ ਤੇ ਪਾਈ ਹੋਈ ਲੋਹੇ ਦੀ ਸੰਜੋ ਜਾਂ ਲੋਹੇ ਦੀ ਜਾਲੀਦਾਰ ਜਿਹੜਾ ਕੁੜਤਾ, ਉਹਨੂੰ ਕਵਚ ਵੀ ਕਹਿੰਦੇ, ਸੰਜੋ ਵੀ ਕਹਿੰਦੇ, ਉਹਨੂੰ ਵੀ ਪਾੜ ਕੇ ਸਾਹਿਬਜ਼ਾਦੇ ਦਾ ਤੀਰ ਪਾਰ ਲੰਘ ਜਾਂਦਾ। ਇੰਨੇ ਜ਼ੋਰ ਨਾਲ ਤੀਰ ਮਾਰਦਾ ਹੈ। ਹੱਥ ਪ੍ਰਾਨ ਹਰੀ ਫਨ ਕੇ ਤੁਰਤ। ਬੜੇ ਬੜੇ ਸੂਰਮਿਆਂ ਦੇ ਪ੍ਰਾਣ ਲੈ ਰਿਹਾ ਸਾਹਿਬਜ਼ਾਦਾ ਅਜੀਤ ਸਿੰਘ। ਪਾਰ ਪਰਤ ਗੜ ਧਰਨ ਸਰ। ਉਹਦੇ ਤੀਰ ਲੰਘ ਲੰਘ ਕੇ ਸੂਰਮਿਆਂ ਦੇ ਸਰੀਰਾਂ 'ਚੋਂ ਧਰਤੀ 'ਚ ਗੱਡਦੇ ਜਾਂਦੇ ਨੇ। ਰੁਦਰ ਰੂਪ ਤੇ ਰੁਦਰ ਸੰਗ। ਬਾਬਾ ਜੀ ਰੁਦਰ ਰੂਪ 'ਚ ਆ ਗਏ ਨੇ। ਵੀਰ ਰਸ ਤੋਂ ਉੱਪਰ ਰੁਦਰ ਰਸ ਹੁੰਦਾ, ਜਿੱਥੇ ਫਿਰ ਟੱਚ ਮੋਚੀ ਹੁੰਦੀ ਹੈ, ਸਿਰ ਮੁੰਡੀ ਕੱਟ ਜਾਵੇਂ, ਜਿਵੇਂ ਬਾਣੀ ਚਾਹੁੰਦਾ ਨਾ, ਏਦਾਂ ਵੱਡ ਵੱਡ ਸੁੱਟੀ ਜਾਂਦਾ ਹੈ। ਪ੍ਰਥਮ ਮਾਦ ਲਏ ਗਣ। ਬੇਅੰਤ ਫੌਜਾਂ ਤੇ ਤੀਰਾਂ ਨਾਲ ਹੀ ਮਾਰ ਲਈਆਂ ਨੇ। ਵੀਰ 52 ਮੁਦਤ। ਉਸ ਵੇਲੇ 52 ਵੀਰ ਪ੍ਰਸੰਨ ਹੋ ਕੇ ਖੁਸ਼ੀ ਨਾਲ ਨੱਚਣ ਲੱਗੇ ਨੇ। ਜੋਗਣੀ ਜੰਗ ਭੂਤ ਗਣ। ਤੇ 64 ਕਲ ਜੋਗਣੀਆਂ ਭੂਤਾਂ ਪੁਰੇਤਾਂ ਦੀ ਕੋਈ ਗਿਣਤੀ ਕੋਈ ਨਹੀਂ, ਧਮਾਲ ਪਾਉਂਦੇ ਨੇ, ਨੱਚਦੇ ਨੇ, ਭੰਗੜੇ ਪਾਉਂਦੇ ਨੇ। ਹੜ ਹੜ ਹਸ ਹੜ ਉਠਤ। ਤੇ ਮਸਾਨ ਉੱਠਦੇ ਨੇ, ਹੜ ਹੜਾ ਕੇ ਉੱਠਦੇ ਨੇ। ਲੁਠਤ ਕਾਇਲ ਤਰਫਨ ਤੇ। ਤੇ ਸੂਰਮੇ ਜ਼ਖਮੀ ਹੋ ਕੇ ਥੱਲੇ ਲਿਟ ਰਹੇ ਨੇ ਮੈਦਾਨ ਦੇ ਵਿੱਚ। ਫਿਰੇ ਭੂਤ ਬੈਤਾਲ। ਉਹ ਭੂਤ ਬੈਤਾਲ ਫਿਰਦੇ ਨੇ ਮੈਦਾਨੇ ਜੰਗ ਵਿੱਚ। ਖੂਨ ਦੇ ਖੱਪਰ ਭਰ ਭਰ ਪੀਂਦੀਆਂ ਨੇ ਕਲ ਜੋਗਣਾ। ਤਾਲ ਤਾੜੀਨ ਵਜੰਤੇ। ਔਰ ਮੁਰਦਿਆਂ ਦੀਆਂ ਖੋਪੜੀਆਂ ਵਜਾਉਂਦੀਆਂ ਨੇ, ਤਾੜੀਆਂ ਮਾਰਦੇ ਨੇ। ਕਾਕ ਕੰਕ ਕੀ ਕੂਕ ਹੋਐ। ਚਿੱਟੀਆਂ ਚੀਲਾਂ ਤੇ ਕਾਲੇ ਕਾਵਾਂ ਦਾ ਰੌਲਾ ਪਿਆ ਹੋਇਆ। ਆਮਿਕ ਪਖ ਸ਼੍ਰੋਣਤ ਪੀਤ। ਉਹ ਗਿੱਧਾਂ ਤੇ ਹੋਰ ਕੁੱਤੇ ਤੇ ਗਿੱਦੜ ਮਾਸ ਖਾਂਦੇ ਨੇ, ਖੂਨ ਪੀਂਦੇ ਨੇ। ਰਣ ਖੇਤ ਭਰਿਓ ਡਾਕਨ ਡਿਗਰ। ਬੜਾ ਭਿਆਨਕ ਖੇਤ ਹੈ, ਡੈਣਾ ਫਿਰਦੀਆਂ ਨੇ, ਲਹੂ ਪੀਂਦੀਆਂ। ਡਕਰਾਵਤ ਤ੍ਰਿਪਤੈ ਬੀਤ। ਔਰ ਡਕਾਰ ਮਾਰਦੇ ਨੇ ਵੀਰ 52। ਸ਼੍ਰੀ ਅਜੀਤ ਸਿੰਘ ਵੀਰ। ਬਾਬਾ ਅਜੀਤ ਸਿੰਘ ਸੂਰਮਾ ਗੁਰੂ ਦਾ ਲਾਲ ਪੁੱਤਰ। ਤੀਰ ਤਰ ਤੀਰ ਪ੍ਰਹਾਰੇ। ਧੀਰਜ ਨਾਲ ਤੀਰ ਮਾਰਦਾ ਹੈ, ਨਿਸ਼ਾਨੇ ਤੇ ਇੱਕ ਤੀਰ ਨਾਲ ਪੰਜਾਂ ਪੰਜਾਂ ਸੱਤਾਂ ਸੱਤਾਂ ਨੂੰ ਚੀਰ ਸੁੱਟਦਾ ਹੈ। ਕੌਤਕ ਹੋਤ ਉਦੋਤ। ਕਹਿੰਦੇ ਬੜਾ ਭਿਆਨਕ ਜੰਗ ਹੋ ਰਿਹਾ ਹੈ, ਬੜੇ ਅਚਰਜ ਕੌਤਕ ਹੋ ਰਹੇ ਨੇ। ਆਏ ਨਗ ਦੇਵ ਉਤੋਂ ਸਵਰਗ ਚੋਂ ਦੇਵਤੇ ਆ ਕੇ ਖੜ ਕੇ ਵੇਖ ਰਹੇ ਨੇ ਸੂਰਮਿਆਂ ਦਾ ਯੁੱਧ। ਹੋਏ ਪਦਾਂਤ ਅਸਵਾਰ। ਕਹਿੰਦੇ ਪੈਦਲ ਤੇ ਅਸਵਾਰ ਲੜ ਰਹੇ ਨੇ। ਤਨੇ ਹੱਥ ਤੂਰਨ ਡਾਰੇ। ਭਾਵੇਂ ਕੋਈ ਘੋੜੇ ਵਾਲਾ ਸਾਹਮਣੇ ਆ ਜਾਵੇ ਬਾਬਾ ਜੀ ਦੇ, ਤੇ ਭਾਵੇਂ ਪੈਦਲ ਤੀਰ ਨਾਲ ਪਾਰ ਬੁਲਾਉਂਦੇ ਨੇ ਬਾਬਾ ਜੀ। ਹਿਮ ਪਠਾਨ ਅਰ ਮੁਗਲ। ਬੜੇ ਬੜੇ ਮੁਗਲ ਤੇ ਪਠਾਨ ਮਾਰੇ ਨੇ। ਪਰੇ ਜਨ ਪੁੰਜ ਮੁਨਾਰੇ। ਇਹ ਵੱਡੇ ਵੱਡੇ ਮੁਗਲ ਪਠਾਨ ਧਰਤੀ ਤੇ ਧੜਮ ਧੜਮ ਕਰਕੇ ਬਾਬੇ ਅਜੀਤ ਸਿੰਘ ਦੇ
ਤੀਰਾਂ ਨਾਲ ਡਿੱਗੇ ਨੇ। ਜਿਵੇਂ ਬਿਜਲੀ ਪੈਣ ਨਾਲ ਵੱਡੇ ਵੱਡੇ ਮੁਨਾਰੇ ਢਹਿ ਜਾਂਦੇ ਨੇ, ਬਿਲਡਿੰਗਾਂ ਢਹਿ ਜਾਂਦੀਆਂ ਨੇ। ਰਣ ਖੇਤ ਪਇਓ ਦਾਰੁਣ ਮਹਾਨ, ਕਹਿੰਦੇ ਬੜਾ ਭਿਆਨਕ ਖੇਤ ਦੇ ਵਿੱਚ ਮੈਦਾਨ 'ਚ ਯੁੱਧ ਹੋਇਆ ਹੈ। ਲੋਥਨ ਪਰ ਲੋਥੈਂ ਗਿਰੀ, ਲਾਸ਼ਾਂ ਤੇ ਲਾਸ਼ਾਂ, ਲਾਸ਼ਾਂ ਤੇ ਲਾਸ਼ਾਂ, ਲਾਸ਼ਾਂ ਤੇ ਲਾਸ਼ਾਂ ਚੜ ਗਈਆਂ ਨੇ। 10ਵੇਂ ਪਾਤਸ਼ਾਹ ਚੰਡੀ ਚਰਿੱਤਰ 'ਚ ਲਿੰਜ ਲੱਗਦਾ ਲਿਖਦੇ ਨੇ ਵੀ ਮਾਨੋ ਸੁਰਲੋਕ ਕੀ ਸੀढ़ी ਬਣਾਈ। ਇੱਦਾਂ ਕਹਿੰਦੇ ਜਿਵੇਂ ਪੌੜੀਆਂ ਨਹੀਂ ਬਣੀਆਂ ਹੁੰਦੀਆਂ ਸਟੈਪ ਬਾਈ ਸਟੈਪ, ਕਹਿੰਦੇ ਇੱਕ ਲਾਸ਼ ਦੇ ਉੱਤੇ ਇੱਦਾਂ, ਫਿਰ ਉਹਦੇ ਉੱਤੇ ਇੱਦਾਂ, ਉੱਤੇ ਉੱਤੇ ਕਹਿੰਦੇ ਇੱਦਾਂ ਲੱਗਦਾ ਵੀ ਸਵਰਗ ਦੀ ਪੌੜੀ ਬਣੀ ਹੋਈ ਹੈ। ਹਾਂਜੀ, ਉਹ ਘਾਵਨ ਤੇ ਭਕ ਭਕ ਰੁਦਰ, ਕਹਿੰਦੇ ਉਹਨਾਂ ਵਿੱਚੋਂ ਖੂਨ ਜਿਹੜਾ ਭਕ ਭਕ ਕਰਕੇ ਬਾਹਰ ਵਗ ਰਿਹਾ, ਜਿਵੇਂ ਪਹਾੜ ਦੇ ਵਿੱਚੋਂ ਪਾਣੀ ਦਾ ਚਸ਼ਮਾ ਥੱਲੇ ਡਿੱਗਦਾ। ਉਹ ਲਾਸ਼ਾਂ ਦੇ ਢੇਰ ਚੋਂ ਖੂਨ ਦੀਆਂ ਤਤੀਰੀਆਂ ਇੱਕ ਲਾਸ਼ ਤੋਂ ਦੂਜੀ ਤੇ ਡਿੱਗਦੀ ਹੈ, ਦੂਜੀ ਤੋਂ ਫਿਰ ਥੱਲੇ ਤੀਜੀ ਤੇ ਫਿਰ ਤਤੀਰੀਆਂ ਥੱਲੇ ਵਗਦੀਆਂ ਨੇ। ਹੋਏ ਸਰਤਾ ਤਬ ਚੱਲ ਪਰੀ, ਤੇ ਫਿਰ ਅੱਗੇ ਨਦੀਆਂ ਬਣ ਜਾਂਦੀਆਂ ਨੇ ਖੂਨ ਦੀਆਂ। ਜਿਵੇਂ ਪਹਾੜਾਂ ਚੋਂ ਡਿੱਗੇ ਹੋਏ ਚਸ਼ਮਿਆਂ ਤੋਂ ਨਦੀਆਂ ਗੰਗਾ ਵਰਗੀਆਂ ਨਿਕਲਦੀਆਂ ਨੇ, ਇਉਂ ਕਵੀ ਜੀ ਕਹਿੰਦੇ ਉਪਮਾ ਬਣੀ ਹੈ। ਜਾ ਖੁਦਾਏ ਵੱਡ ਅਬਜ, ਕਹਿੰਦੇ ਯਾ ਖੁਦਾਏ ਬੜ ਅਜਬ, ਬੜਾ ਅਜਬ ਤਮਾਸ਼ਾ ਹੈ। ਮੁਸਲਮਾਨ ਸਿਪਾਹੀ ਮੂੰਹ 'ਚ ਉਂਗਲਾਂ ਪਾ ਕੇ ਤੋਬਾ ਤੋਬਾ ਕਰਦੇ ਨੇ। ਬਹਰ ਕੇ ਮਰਤ ਹਜ਼ਾਰੇ, ਬਾਹਰਲੇ ਹਜ਼ਾਰਾਂ ਬੰਦੇ ਮਰ ਰਹੇ ਨੇ। ਗਿਰਹਿ ਦੜਾ ਦਰ ਤੁਰਤ, ਦੜਾ ਦੜ ਸੂਰਮੇ ਡਿੱਗਦੇ ਨੇ ਨਾਲ ਦੀ ਨਾਲ ਧਰਤੀ ਤੇ। ਅਲਪ ਸਿੰਘਨ ਕਰ ਮਾਰੇ, ਥੋੜੇ ਸਿੰਘ ਹੀ ਬਹੁਤਿਆਂ ਨੂੰ ਮਾਰੀ ਜਾਂਦੇ ਨੇ। ਕੀਤੇ ਕੇਤਕ ਜਾਮ, ਕਿੰਨੇ ਪੈਰ ਹੋ ਗਏ ਨੇ ਲੜਾਈ ਕਰਦਿਆਂ ਨੂੰ, ਅਜੇ ਤੱਕ ਗੁਰੂ ਸਾਡੇ ਕਾਬੂ ਨਹੀਂ ਆਇਆ। ਏਦਾਂ ਦੀਆਂ ਗੱਲਾਂ ਕਰਦੇ ਨੇ। ਮਰਤ ਨਹਿ ਮਿਲਤ ਨਾ ਹਾਰਤ, ਕਹਿੰਦੇ ਨਾ ਗੁਰੂ ਮਰਨ ਚਾਹੁੰਦਾ ਤੇ ਨਾ ਹਾਰ ਮੰਨਦਾ। ਵਦ ਲਸ਼ਕਰ ਮਹਿ ਆਏ, ਤੇ ਇਹਦੇ ਬੰਦੇ ਇਹਦੇ ਪੁੱਤਰ ਵੱਧ ਵੱਧ ਕੇ ਸਾਡੇ ਲਸ਼ਕਰ ਤੇ ਹੱਲਾ ਕਰਦੇ ਨੇ ਹੌਸਲੇ ਨਾਲ। ਇੱਕ ਇੱਕ ਲੜਤ ਸੁਮਾਰਤ, ਇੱਕ ਇੱਕ ਲੱਖਾਂ ਲੱਖਾਂ ਨਾਲ ਲੜੀ ਜਾਂਦੇ ਨੇ। ਮਿਲ ਕਹਿਤ ਬਾਤ ਇਤਿਆਦ ਬਹੁ, ਇਸ ਤਰ੍ਹਾਂ ਦੀਆਂ ਗੱਲਾਂ ਫੌਜੀ ਅਫਸਰ ਆਪਸ 'ਚ ਕਰਦੇ, ਦੂਰ ਖੜੇ ਜੰਗ ਦਾ ਨਜ਼ਾਰਾ ਵੇਖਦੇ ਨੇ। ਲਸ਼ਕਰ ਬਿਸਮੈ ਹੋਏ ਰਹਿਓ, ਸਾਰੀ ਫੌਜ ਹੈਰਾਨ ਹੋ ਗਈ ਹੈ ਵੀ ਇਹ ਕਿਹੜੀ ਮਿੱਟੀ ਦੇ ਬਣੇ ਹੋਏ ਹਨ। ਜਿਮ ਫਿਰੇ ਸਿੰਘ ਗੁਰ ਸੁਤ ਸਹਿਤ, ਗੁਰੂ ਸਾਹਿਬ ਜੀ ਦੇ ਪੁੱਤਰ ਬਾਬਾ ਅਜੀਤ ਸਿੰਘ ਦੇ ਨਾਲ ਭਾਈ ਆਲਮ ਸਿੰਘ ਨੱਚਣਾ, ਜਵਾਰ ਸਿੰਘ, ਵੀਰ ਸਿੰਘ, ਸੁਖਾ ਸਿੰਘ, ਧਿਆਨ ਸਿੰਘ ਕੱਜ ਦੇ ਮੈਦਾਨ ਦੇ ਵਿੱਚ ਕਹਾ ਗਰਭ ਗਨ ਕੋ ਦਹਿਓ, ਵੈਰੀ ਦੇ ਦਲਾਂ ਨੂੰ ਰਿੜਕ ਕੇ ਰੱਖ ਦਿੱਤਾ ਤੇ ਹੰਕਾਰ ਬਹੁਤਿਆਂ ਦਾ ਤੋੜ ਦਿੱਤਾ। ਜੇਰ ਦਸਤ ਚਿਤ ਰਸਿਓ, ਉਧਰੋਂ ਲਾਹੌਰ ਦਾ ਸੂਬਾ ਜ਼ੇਰਦਸਤ ਗੁੱਸੇ 'ਚ ਆ ਗਿਆ। ਦੇਖ ਆਪਣੀ ਲਗਤਾਈ, ਆਪਣੀ ਹਾਰ ਹੁੰਦੀ ਵੇਖ ਕੇ, ਆਪਣੇ ਬੰਦੇ ਮਰਦੇ ਵੇਖ ਕੇ ਬੜਾ ਉਹਨੂੰ ਚਿਪ ਚੜੀ ਹੈ, ਬੜੀ ਅੱਗ ਲੱਗੀ ਹੈ ਜ਼ੇਰਦਸਤ ਨੂੰ। ਤੇਲਾ ਕਾਲਿਓ ਉਮੜ, ਉਹਨੇ ਬੜਾ ਜ਼ਬਰਦਸਤ ਹੱਲਾ ਕਰਵਾਇਆ, ਬਹੁਤ ਧੂਮ ਮਚਾਈ, ਬੜੀ ਧੂਮ ਮਚਾ ਦਿੱਤੀ ਲਾਹੌਰ ਦੇ ਸੂਬੇ ਜ਼ੇਰਦਸਤ ਨੇ। ਚਲੀ ਤੁਪਕ ਅਣਗਿਣਤ, ਅਣਗਿਣਤ ਗੋਲੀਆਂ ਚੱਲੀਆਂ। ਲਗੀ ਸਿੰਘਨ ਤਨ ਆਈ, ਆ ਕੇ ਸਿੰਘਾਂ ਨੂੰ ਉਹ ਗੋਲੀਆਂ ਲੱਗੀਆਂ ਹਨ। ਪੀਛੇ ਰੁਦਰ ਸਰੀਰ, ਸਾਧ ਸੰਗਤ ਜੀ ਸਰੀਰ ਸਿੰਘਾਂ ਦੇ ਲਹੂ ਨਾਲ ਭਿੱਜ ਗਏ ਹਨ। ਫੁੱਲ ਖਿੜੇ ਜਨ ਬਾਗੀ, ਬਾਣੇ ਯੋਧਿਆਂ। ਚੰਡੀ ਦੀ ਵਾਰ 'ਚ ਮਹਾਰਾਜ ਕਹਿੰਦੇ ਜਿਵੇਂ ਬਾਗਾਂ 'ਚ ਫੁੱਲ ਖਿੜੇ ਹੁੰਦੇ ਨਾ, ਏਦਾਂ ਸਿੰਘਾਂ ਦੇ ਸਰੀਰ ਹੋ ਗਏ ਹਨ। ਚਲੀ ਲਾਲੀ ਉਗਰਾਈ, ਲਾਲੀ ਉਗਰਾਈ ਹੈ ਕੱਪੜਿਆਂ ਦੇ ਉੱਤੇ, ਖੂਨ ਹੀ ਖੂਨ ਹੈ ਥਾਂ ਥਾਂ ਤੇ। ਮਿਲ ਹੱਥ ਵੱਥ, ਮਿਲ ਹੱਥਾ ਵੱਥ, ਗਿਰ ਗਿਰ ਪਰਤ। ਗੋਲੀਆਂ ਲੱਗੀਆਂ ਫੇਰ ਵੀ ਹੱਥੋਂ ਹੱਥੀ ਲੜਾਈ ਕਰਦੇ, ਤੇਗਾਂ ਮਾਰਦੇ, ਵੈਰੀਆਂ ਨੂੰ ਵੱਢ ਵੱਢ ਸੁੱਟਦੇ ਨੇ। ਤੁੰਡ ਮੁੰਡ ਫੋਰਨ ਕਰਹਿ, ਵੈਰੀਆਂ ਦੇ ਤੁੰਡ ਮੁੰਡ ਫੋਰਨ ਕਰੈ, ਭਾਵ ਉਹਨਾਂ ਦੇ ਸਿਰ ਲਾ ਲਾ ਕੇ ਸੁੱਟੀ ਜਾਂਦੇ ਨੇ। ਹੁਣ ਫਰਕ ਪਰਤ ਦੋਹ ਦਿਸਨ ਮਹਿ, ਬੜੀ ਫੁਰਤੀ ਨਾਲ ਦੁਸ਼ਮਣ ਤੋਂ ਉਹ ਨਿਕਲ ਜਾਂਦੇ ਨੇ, ਫਰਕ ਪੈ ਜਾਂਦਾ। ਉਹ ਹੁਣੇ ਕੋਲ ਹੁੰਦੇ ਨੇ, ਜਦੋਂ ਅੱਖ ਇਦਾਂ ਹੁੰਦੀ ਹੈ ਤੇ ਕੋਲ ਹੁੰਦੇ ਨੇ, ਜਦੋਂ ਅੱਖ ਇਉਂ ਹੁੰਦੀ ਹੈ ਤੇ ਉਹ 50 ਫੁੱਟ ਦੂਰ ਗਏ ਹੁੰਦੇ ਨੇ। ਹਾਂਜੀ, ਪ੍ਰਾਸ ਧਰਤ ਇਤ ਉਸ ਤਰਹਿ, ਹਾਂ ਕਹਿੰਦੇ ਵੈਰੀ ਉਹਨਾਂ ਤੋਂ ਡਰਦੇ ਮਾਰੇ ਰਾਹ ਹੀ ਛੱਡ ਜਾਂਦੇ ਨੇ, ਜਿੱਧਰ ਉਹ ਸਿੰਘ ਸੂਰਮੇ ਕਾਲ ਦਾ ਰੂਪ ਧਾਰ ਕੇ ਆਉਂਦੇ ਨੇ। ਕਰਹਿ ਸ਼ੀਘਰਤਾ ਅਦਕ, ਬੜੀ ਸ਼ੀਘਰਤਾ ਕਰਦੇ ਨੇ ਸਿੰਘ। ਗੁਰੂ ਸੁਤ ਸਰ ਬਰਖਾਵੈ, ਬਾਬਾ ਅਜੀਤ ਸਿੰਘ ਘੋੜਾ ਪੈਰ ਟਿਕਣ ਹੀ ਨਹੀਂ ਦਿੰਦਾ ਇੱਕ ਥਾਂ ਤੇ। ਇੱਥੇ ਘੋੜਾ ਇਸ ਅੱਖ ਫਰਕੀ ਤੇ ਇੱਥੇ ਦਿਖਿਆ ਨਾ ਤੁਰਕਾਂ ਨੂੰ, ਜਦੋਂ ਦੂਜੀ ਵਾਰੀ ਅੱਖ ਫਰਕਣੀ ਹੈ ਤੇ ਘੋੜਾ 50 ਫੁੱਟ ਅਗਾਂਹ ਗਿਆ ਹੁੰਦਾ, ਉੱਥੋਂ ਦੂਜਾ ਤੀਰ ਮਾਰ ਦਿੰਦੇ ਆ ਤੇ ਉੱਧਰ ਜਾ ਕੇ ਫਿਰ ਤੀਜਾ ਮਾਰ ਦਿੰਦੇ ਆ। ਇੰਨੀ ਫੁਰਤੀ ਅਜੀਤ ਸਿੰਘ ਕਰਦਾ ਹੈ। ਬੇਦਤ ਦੁਸ਼ਮਨ ਦੇਹ, ਆ ਦੁਸ਼ਮਣਾਂ ਦੀਆਂ ਦੇਹਾਂ ਨੂੰ ਵਿੰਨ ਵਿੰਨ ਸੁੱਟਦਾ ਹੈ। ਗਿਰੇ ਤਰ ਪਰ ਤਰਫਾਵੈ, ਉਹ ਕਹਿੰਦੇ ਵੈਰੀ ਧਰਤੀ ਤੇ ਪਏ ਤੜਫਦੇ ਹਨ, ਉਹਦੇ ਤੀਰਾਂ ਦੇ ਮਰੇ ਹੋਏ। ਤਕ ਤਕ ਗੁਲਕਾ ਹਤ ਹੈ, ਉਹ ਬਾਬਾ ਅਜੀਤ ਸਿੰਘ ਨੂੰ ਨਿਸ਼ਾਨਾ ਲਾ ਕੇ ਗੋਲੀ ਮਾਰਨੀ ਚਾਹੁੰਦੇ, ਪਰ ਬਾਬੇ ਅਜੀਤ ਸਿੰਘ ਦਾ ਘੋੜਾ ਧਰਤੀ ਤੇ ਪੈਰ ਲਾਵੇ ਤਾਂ ਉਹਨਾਂ ਦਾ ਨਿਸ਼ਾਨਾ ਲੱਗੇ।
ਬਾਬਾ ਜੀ ਜਿੰਨੇ ਚਿਰ ਨੂੰ ਨਿਸ਼ਾਨਾ ਲਾਉਂਦੇ ਘੋੜਾ ਅਗਾਂਹ ਨੂੰ ਖਿੱਚ ਲੈਂਦੇ, ਹੋਰ ਪਾਸੇ ਲੈ ਜਾਂਦੇ ਹੈ। ਨਹੀਂ ਕੋ ਲਾਗਨ ਪਾਵੈ ਕੋਈ ਬਾਬਾ ਜੀ ਦੇ ਸਰੀਰ ਨੂੰ ਗੋਲੀ ਲੱਗਦੀ ਨਹੀਂ, ਜ਼ੋਰ ਬੜੀ ਕੋਸ਼ਿਸ਼ ਬੜੀ ਕੀਤੀ ਉਹਨਾਂ ਨੇ। ਕਰਹਿ ਚਲਾਕੀ ਚਰਨ ਬਾਬਾ ਜੀ ਆਪਣੇ ਚਰਨਾਂ ਦੀ ਚਲਾਕੀ ਕਰਕੇ ਪੈਂਤੜੇ ਬਦਲਦੇ ਹਨ। ਚਹੂ ਦਿਸ਼ ਚਿਤ ਵਿੱਚ ਲਾਵੈ ਔਰ ਚਾਰੇ ਪਾਸੇ ਵੈਰੀ ਦੇ ਉੱਤੇ ਵਾਰ ਕਰਦੇ ਨੇ ਤੀਰਾਂ ਦਾ। ਰਨ ਖੇਤ ਵਿਖੇ ਇਤ ਉਤ ਫਿਰਤ ਮੈਦਾਨੇ ਜੰਗ 'ਚ ਇੱਧਰ ਉੱਧਰ ਸੱਜੇ ਖੱਬੇ ਅੱਗੇ ਪਿੱਛੇ ਬਾਬਾ ਜੀ ਦੌੜੇ ਫਿਰਦੇ ਨੇ। ਹਾਂਦਤ ਦੌਰਤ ਸ਼ਤੁਰ ਹੱਥ ਉਹ ਟੱਪ ਟੱਪ ਘੋੜਾ ਜਾਂਦਾ ਹੈ, ਵੈਰੀਆਂ ਨੂੰ ਮਾਰਦੇ ਨੇ। ਸਭ ਕਰਤ ਬਿਲੋਕਨ ਜੰਗ ਕੋ ਇਸ ਜੰਗ ਨੂੰ ਸਾਰੇ ਵੇਖਦੇ ਨੇ। ਹੋਤ ਅਚੰਭੈ ਮਹਿਤ ਚਿਤ ਕਹਿੰਦੇ ਉਹ ਹੈਰਾਨੀ ਵਾਲਾ ਕੌਤਕ ਹੋ ਰਿਹਾ, ਇਹੋ ਜਿਹਾ ਯੁੱਧ ਹੋ ਰਿਹਾ ਹੈ। ਨਿਕਟਿਓ ਤਬੈ ਨਿਖੰਗ ਕਹਿੰਦੇ ਬਾਬਾ ਜੀ ਦੇ ਪੱਥੇ ਦੇ ਜਿੰਨੇ ਵੀ ਤੀਰ ਸਨ ਉਹ ਮੁੱਕ ਗਏ। ਬਾਣ ਸਭ ਦੇ ਚਲਾਈ ਸਾਰੇ ਤੀਰ ਜਦੋਂ ਚੱਲ ਗਏ, ਓਪਨ ਹੋਇਓ ਸਾਤ ਪਰ ਬਾਬੇ ਜੀਤ ਸਿੰਘ ਦਾ ਗੁੱਸਾ ਠੰਡਾ ਨਹੀਂ ਹੋਇਆ। ਇਹ ਦੁਸ਼ਟਨ ਕੁਟਿਆਈ ਵੈਰੀਆਂ ਦੀ ਖੁਟਿਆਈ ਵੇਖ ਕੇ ਜਿਹੜਾ ਨੇ ਝੂਠੀਆਂ ਕਸਮਾਂ ਖਾਧੀਆਂ, ਦਗਾ ਕੀਤਾ, ਉਹਨਾਂ ਉੱਤੇ ਬੜਾ ਗੁੱਸਾ ਚੜਿਆ ਬਾਬਾ ਜੀ ਨੂੰ। ਵਹੀ ਸਾੰਗ ਕਰ ਵਿਖੈ ਹੱਥ ਵਿੱਚ ਸਾਂਗ ਬੜੀ ਜੰਗੀ ਫੜ ਲਈ ਹੈ। ਬਰਛਾ ਜਿਹੜਾ ਸਾਧ ਸਿੰਘ ਜੀ ਲੋਹੇ ਦੀ ਛੜ ਵਾਲਾ ਨੂੰ ਸਾਂਗ ਕਹਿੰਦੇ ਹਨ, ਤੇ ਜਿਹੜਾ ਅੱਗੇ ਬੰਬਲੀ ਵਾਲੀ ਸਾਂਗ ਹੁੰਦੀ, ਕਈ ਤਰ੍ਹਾਂ ਦੀਆਂ ਸਾਂਗਾਂ ਹੁੰਦੀਆਂ। ਬਾਬਾ ਜੀ ਸਾਂਗ ਹੱਥ ਵਿੱਚ ਫੜੀ ਹੈ। ਦੌਰ ਕਰ ਅੰਗ ਪਰੋਏ ਵੈਰੀਆਂ ਦੇ ਬਰਛਾ ਮਾਰ ਮਾਰ ਕੇ ਅੰਗ ਪਰੋ ਪਰੋ ਸੁੱਟੇ ਹਨ। ਸੀਖ ਮਾਸ ਜਿਮ ਭੇਦ ਜਿਵੇਂ ਮਹਾਰਾਜ ਚੰਡੀ ਦੀ ਵਾਰ 'ਚ ਲਿਖਦੇ ਨਾ, ਜਨ ਹਲਵਾਈ ਸੀਖ ਨਾਲ ਵਿੰਨ ਵੜੇ ਪਰੋਏ। ਉਧਰ ਪੰਜਾਬ 'ਚ ਉਹ ਮੁਰਗਿਆਂ ਨੂੰ ਭੁੰਨਣ ਵਾਸਤੇ ਨਾ ਇੱਕ ਸੀਖ ਲਾਈ ਹੁੰਦੀ ਹੈ, ਤੇ ਉਹਦੇ 'ਚ ਪਾ ਕੇ ਤੇ ਤੰਦੂਰ 'ਚ ਤੰਦੂਰੀ ਮੁਰਗੇ ਭੁੰਨਦੇ ਆ। ਕਹਿੰਦੇ ਜਿਵੇਂ ਤੰਦੂਰੀ ਮੁਰਗੇ ਭੁੰਨੇ ਦੇ ਨਾ, ਇੱਕ ਸੀਖ ਦੇ ਵਿੱਚ ਕਿੰਨੇ ਕਿੰਨੇ ਹੀ ਬਾਬਾ ਜੀ ਤਿੰਨਾਂ ਨੂੰ ਬਰਛੇ ਜੀ ਚੁੱਕ ਕੇ ਆ ਸੁੱਟ ਦਿੰਦੇ ਆ। ਅਗਨ ਪਰ ਪੁੰਜਤ ਕੋਏ ਜਿਵੇਂ ਕਹਿੰਦੇ ਕਬਾਬ ਭੁੰਨਣ ਵਾਲਾ ਸੀਖ ਦੇ ਵਿੱਚ ਪਰੋ ਕੇ ਤੇ ਅੱਗ ਤੇ ਭੁੰਨਦਾ ਹੈ ਨਾ ਮਾਸ ਨੂੰ, ਏਦਾਂ ਬਾਬਾ ਜੀ ਆਪਣੀ ਬਰਛੀ ਦੇ ਪਰੋ ਸੁੱਟਦੇ ਹਨ ਵੈਰੀਆਂ ਨੂੰ। ਗਨ ਮਾਰ ਮਾਰ ਗੇਰਤ ਫਿਰਤੇ ਮਾਰ ਮਾਰ ਘੇਰਦਾ ਫਿਰਦਾ ਹੈ, ਵੈਰੀਆਂ ਨੂੰ ਪਰੋ ਸੁੱਟਦਾ ਹੈ। ਖੋਰਤ ਛਾਤੀ ਤੁੰਡ ਅਰ ਕਿਸੇ ਦੇ ਛਾਤੀ 'ਚ ਮਾਰਦਾ, ਕਿਸੇ ਦੇ ਪੇਟ, ਕਿਸੇ ਦੇ ਮੂੰਹ ਤੇ ਪਰਛਾ ਵੱਜਦਾ ਬਾਬਾ ਜੀ ਦਾ। ਜਿਮ ਪਾਏ ਤੂੰ ਮਰਨ ਭੂਮ ਮਹਿ ਏਦਾਂ ਮੈਦਾਨੇ ਜੰਗ 'ਚ ਧੁੰਮ ਮਚਾ ਦਿੱਤੀ ਜੀਤ ਸਿੰਘ ਨੇ। ਕਾਇਲ ਘੁੰਮਤ ਝੁੰਮ ਗਿਰੇ ਉਹ ਕਹਿੰਦੇ ਸੂਰਮੇ ਝੂਮ ਝੂਮ ਕੇ ਡਿੱਗਦੇ ਹਨ ਉਹਦੇ ਵਾਰਾਂ ਨਾਲ। ਇੱਕ ਤੁਰਕਨ ਕਰ ਜ਼ੋਰ ਕਹਿੰਦੇ ਤੁਰਕਾਂ ਦਾ ਜ਼ੋਰ, ਤੁਰਕਾਂ ਨੇ ਸਿੰਘ ਦਾ ਜ਼ੋਰ ਵੇਖਿਆ ਜਦੋਂ, ਆਏ ਚਹੋਂ ਫਿਰ ਘੇਰ ਲਿਏ ਫਿਰ ਇਹਨਾਂ ਨੇ ਚਾਰੇ ਪਾਸਿਓਂ ਜ਼ੋਰ ਪਾ ਕੇ ਘੇਰਾ ਪਾਇਆ ਸਾਹਿਬਜ਼ਾਦਾ ਜੀ ਨੂੰ। ਮਾਰ ਮਾਰ ਕਰ ਰੌਰ ਮਾਰ ਲਓ ਏਦਾਂ ਰੌਲਾ ਪਾਉਂਦੇ ਆ ਗਏ। ਸਭਨ ਤਬ ਸ਼ਸਤਰ ਹਤਨ ਕੀ ਸਾਰਿਆਂ ਨੇ ਬਾਬਾ ਜੀ ਉੱਤੇ ਸ਼ਸਤਰ ਚਲਾਏ ਮਾਰਨ ਵਾਸਤੇ। ਪੰਚੋ ਸਿੰਘਨ ਦੇਖੇ ਪੰਜ ਸਿੰਘ ਜਿਹੜੇ ਨਾਲ ਸਨ, ਸੰਗ ਗੁਰ ਸੁਤ ਕੋ ਗਹਿ ਗਹਿ ਕਹਿੰਦੇ ਨਾਲ ਬਾਬਾ ਜੀਤ ਸਿੰਘ ਦੇ ਹਥਿਆਰ ਉਹ ਵੀ ਪਹੁੰਚ ਗਏ ਤੇ ਵੈਰੀਆਂ ਦਾ ਮੁਕਾਬਲਾ ਕਰਨ ਲੱਗੇ। ਜ਼ਖਮੀ ਹੋ ਚੁੱਕੇ ਸਨ ਸਰੀਰ ਸਾਰਿਆਂ ਦੇ। ਰਪਨ ਕੀ ਦਿਸ਼ ਕੋ ਲਹਿ ਲਹਿ ਵੈਰੀਆਂ ਵੱਲ ਤੀਰ ਚਲਾਈ, ਉੱਤੋਂ 10ਵੇਂ ਪਾਤਸ਼ਾਹ ਵੀ ਤੀਰ ਚਲਾਉਂਦੇ ਹਨ। ਕਰ ਕਰਾ ਚੋਲ ਸੰਗਨ ਧਰੇ ਫਿਰ ਕਹਿੰਦੇ ਤੇਗਾਂ ਹੱਥਾਂ ਵਿੱਚ ਫੜੀਆਂ ਹਨ ਨਿਸੰਗ ਹੋ ਕੇ। ਅਦਕ ਸ਼ੀਗਰਤਾ ਧਰਤ ਰਣ ਇਹ ਬੜੀ ਫੁਰਤੀ ਨਾਲ ਤੇਗਾਂ ਵਾਹੁੰਦੇ ਹਨ। ਜਨ ਨਿਰਪੈ ਕੇ ਹਰੀ ਫਿਰਤ ਹੈ ਜਿਵੇਂ ਬੱਬਰ ਸ਼ੇਰ ਫਿਰਦਾ ਹੋਵੇ, ਨਿਰਭੈ ਹੋ ਕੇ ਸ਼ਿਕਾਰ ਖੇਡਦਾ ਫਿਰਦਾ ਹੋਵੇ। ਮਸਤ ਦੁਰਦ ਕੋ ਦੇਖ ਗਣ ਮਸਤ ਹਾਥੀਆਂ ਦੇ ਝੁੰਡ ਵਿੱਚ ਬੱਬਰ ਸ਼ੇਰ ਕੱਲਾ ਹੀ ਹਾਥੀਆਂ ਨੂੰ ਭਾਜੜਾਂ ਪਾ ਦਿੰਦਾ ਜਿਵੇਂ। ਤਬ ਅਜੀਤ ਸਿੰਘ ਵੀਰ ਬਾਬਾ ਅਜੀਤ ਸਿੰਘ ਜੀ ਬੜੇ ਸੂਰਮੇ, ਬੜੇ ਵੀਰ ਬਹਾਦਰ ਯੋਧੇ। ਸੰਗ ਕਰਤਰ ਵਿਚਰੰਤਾ ਹੱਥ ਵਿੱਚ ਬਰਛਾ ਫੜਿਆ ਹੋਇਆ ਤੇ ਤਲਾਂ 'ਚ ਵਿਚਰਦੇ ਹਨ। ਮਨਹੁ ਕਟਾ ਵਿੱਚ ਦਿਪ ਹੈ ਮਾਨੋ ਕਹਿੰਦੇ ਕਾਲੀਆਂ ਘਟਾਵਾਂ ਦੇ ਵਿੱਚ ਬਿਜਲੀ ਲਿਸ਼ਕਦੀ ਹੈ। ਚੰਚਲ ਚਮਕ ਸੁਗੰਧਾ ਏਦਾਂ ਬਾਬਾ ਜੀ ਦੀ ਚਮਕ ਪੈਂਦੀ ਦੁਸ਼ਮਣ ਦਲਾਂ ਦੇ ਵਿੱਚ। ਜਿਸਕੇ ਮਾਰ ਤਸਾਏ ਜਿਹਨੂੰ ਬਰਛੀ ਮਾਰਦਾ ਤਸਾ ਕੇ ਅੰਦਰ ਰੱਖ ਲੰਘਾ ਦਿੰਦਾ ਹੈ। ਸ਼ੀਗਰ ਹੀ ਤਿਸ ਉਥਲੰਤਾ ਉਹਨੂੰ ਉਛਲ ਕੇ ਸਿੱਟਦਾ ਹੈ ਲੇਤ ਨਿਕਾਸ਼ ਪ੍ਰਕਾਸ਼ ਤੇ ਫਿਰ ਬਰਛੀ ਖਿੱਚ ਲੈਂਦੇ ਬਾਹਰ। ਮਹਾਬਲ ਕਰ ਬਲਵੰਤ ਮਹਾਬਲੀ ਯੋਧੇ ਬਾਬਾ ਅਜੀਤ ਸਿੰਘ ਜੀ। ਜਨ ਕੈਰਵਾਨ ਮਹਿ ਰੁਕ ਗਿਓ ਏਦਾਂ ਲੱਗਦਾ ਜਿਵੇਂ ਕੌਰਵਾਂ ਦੇ ਦਲ ਦੇ ਵਿੱਚ ਘਿਰ ਗਿਆ ਹੋਵੇ। ਚਕਾਬੂ ਭੇਦਨ ਕਰਿਓ ਚੱਕਰ ਵੀ ਉਹਨੂੰ ਤੋੜਨ ਲੱਗਾ ਅਭਿਮਨਿਊ।
ਅਰਜਨ ਦਾ ਪੁੱਤਰ ਅਭਿਮਨਯੂ ਸੀ। ਜਦੋਂ ਅਰਜਨ ਨੂੰ ਉਸ ਜਗ੍ਹਾ ਉਸ ਮੋਰਚੇ ਤੋਂ ਥੋੜ੍ਹਾ ਦੂਰ ਜਾਣਾ ਪਿਆ ਤੇ ਰਾਤ ਨੂੰ ਪਤਾ ਲੱਗਾ ਮਹਾਰਾਜਾ ਯੁਧਿਸ਼ਠਿਰ ਨੂੰ ਕਿ ਸਵੇਰੇ ਕੌਰਵਾਂ ਨੇ ਚੱਕਰਵਿਊਹ ਬਣਾਉਣਾ ਤੇ ਚੱਕਰਵਿਊਹ ਤੋੜਨਾ ਸਿਰਫ ਤੇ ਸਿਰਫ ਅਰਜਨ ਨੂੰ ਆਉਂਦਾ, ਹੋਰ ਕੋਈ ਤੋੜ ਨਹੀਂ ਸਕਦਾ। ਅਰਜਨ ਇੱਥੇ ਹੈ ਨਹੀਂ। ਹੁਣ ਕੀ ਕਰੀਏ? ਇਹਨਾਂ ਚਾਰਾਂ ਭਰਾਵਾਂ ਦੇ ਕੋਲ ਅਰਜਨ ਦਾ ਪੁੱਤਰ ਬੈਠਾ ਸੀ। ਅਭਿਮਨਯੂ ਕਹਿਣ ਲੱਗਾ, ਤਾਇਆ ਜੀ ਮੈਨੂੰ ਚੱਕਰਵਿਊਹ ਤੋੜਨਾ ਆਉਂਦਾ ਪਰ ਉਹਦੇ ਵਿੱਚੋਂ ਜਿਉਂਦਾ ਨਿਕਲਣਾ ਨਹੀਂ ਆਉਂਦਾ ਘੇਰੇ ਵਿੱਚ। ਉਹਨਾਂ ਕਿਹਾ, ਕਿਵੇਂ ਪੁੱਤਰ, ਤੈਨੂੰ ਕਿਵੇਂ ਸਿਖਾਇਆ? ਉਹ ਕਹਿੰਦੇ, ਜਦੋਂ ਮੈਂ ਮਾਂ ਦੇ ਪੇਟ ਵਿੱਚ ਸੀ ਨਾ ਤੇ ਪਿਤਾ ਜੀ ਮੇਰੀ ਮਾਤਾ ਨੂੰ ਚੱਕਰਵਿਊਹ ਦੀ ਦੱਸ ਰਹੇ ਸੀ ਵੀ ਇੱਦਾਂ ਦਾ ਚੱਕਰਵਿਊਹ ਹੁੰਦਾ ਤੇ ਉਹਦੇ 'ਚ ਇੱਦਾਂ ਵੜੀਦਾ ਇੱਦਾਂ ਤੋੜੀਦਾ। ਮੇਰੀ ਮਾਤਾ ਸੁਣ ਰਹੀ ਸੀ ਤੇ ਜਦੋਂ ਪਿਤਾ ਜੀ ਦੱਸਣ ਲੱਗੇ ਵੀ ਉਹ 'ਚੋਂ ਨਿਕਲੀਦਾ ਕਿਵੇਂ ਆ, ਉਦੋਂ ਮੇਰੀ ਮਾਤਾ ਸੌਂ ਗਈ। ਜਦੋਂ ਮਾਤਾ ਸੌਂ ਗਈ ਮੇਰਾ ਸੁਰਤ ਦਾ ਧਿਆਨ ਉਦੋਂ ਟੁੱਟ ਗਿਆ। ਉਹਨਾਂ ਮੈਨੂੰ ਯਾਦ ਹੈ ਵੀ ਤੋੜੀਦਾ ਕਿਵੇਂ। ਮੈਂ ਤੋੜ ਦਿਆਂਗਾ ਚੱਕਰਵਿਊਹ ਪਰ ਮੈਂ ਉੱਥੋਂ ਨਿਕਲ ਕੇ ਨਹੀਂ ਆ ਸਕਦਾ। ਸੋ ਅਭਿਮਨਯੂ ਗਿਆ ਸੀਗਾ, ਉਹਨੇ ਚੱਕਰਵਿਊਹ ਤੋੜਿਆ ਸੀ ਪਰ ਜੈਦਰਥ ਨੇ, ਦੁਰਯੋਧਨ ਨੇ, ਇਹਨਾਂ ਸਾਰਿਆਂ ਨੇ ਧੋਖੇ ਨਾਲ ਉਹਨੂੰ ਮੈਦਾਨੇ ਜੰਗ 'ਚ ਨੌਜਵਾਨ ਬੱਚਾ 16-17 ਸਾਲਾਂ ਦਾ ਉਹਨੂੰ ਸ਼ਹੀਦ ਕਰ ਦਿੱਤਾ, ਮਾਰ ਦਿੱਤਾ। ਜਿਵੇਂ ਚੱਕਰਵਿਊਹ ਦੇ ਵਿੱਚ ਘਿਰ ਗਿਆ ਸੀ ਮਹਾਬਲੀ ਅਭਿਮਨਯੂ ਮਹਾਭਾਰਤ ਦੇ ਯੁੱਧ ਵਿੱਚ। ਅਭਿਮਨਯੂ ਸ਼ਤਰ ਗਨ ਛੇਦ ਕਰ। ਅਭਿਮਨਯੂ ਵੈਰੀਆਂ ਦੇ ਟੋਟੇ ਕਰਦਾ ਹੋਇਆ ਦਲਾਂ ਨੂੰ ਭਾਜਣਾ ਪਾਉਂਦਾ। ਉਹਨੇ ਚੱਕਰਵਿਊਹ ਤੋੜ ਦਿੱਤਾ, ਜਿਹੜਾ ਬਣਾਇਆ ਸੀ ਨਾ ਫੌਜ ਦਾ ਚੱਕਰਵਿਊਹ, ਉਹਨੇ ਤੋੜਤਾ ਸੀ ਪਰ ਫਿਰ ਵੀ ਉਹ ਆਪ ਉਹਦੇ 'ਚ ਘਿਰ ਕੇ ਸ਼ਹੀਦ ਹੋ ਗਿਆ ਸੀ। ਛਿੰਨ ਪਿੰਨ ਤਤ ਛਤਰਨ ਦਰਿਓ। ਉਹ ਵੈਰੀਆਂ ਨੂੰ ਛਿੰਨ ਪਿੰਨ ਕਰਦਾ ਵੜ ਗਿਆ ਸੀ ਜਲ ਵਿੱਚ, ਕੁਰੂਕਸ਼ੇਤਰ ਦੇ ਮੈਦਾਨੇ ਜੰਗ ਵਿੱਚ। ਇੱਕ ਪਟ ਬਰਖਤ ਸਹਿਤ। ਕਹਿੰਦੇ ਉਸ ਵੇਲੇ ਬਾਬਾ ਅਜੀਤ ਸਿੰਘ ਵੀ ਇੱਦਾਂ ਘਿਰ ਗਏ। ਇੱਕ ਸੂਰਮਾ ਮੁਗਲ ਪਠਾਨ ਜਿਹਨੇ ਸਾਰਾ ਹੀ ਸਿਰ ਤੇ ਵੀ ਲੋਹੇ ਦਾ ਟੋਪ ਪਾਇਆ ਹੋਇਆ, ਇੱਥੇ ਵੀ ਲੋਹੇ ਦੀ ਜਾਲੀ ਪਾਈ ਹੋਈ ਤੇ ਆ ਸਾਰੇ ਸਰੀਰ ਤੇ ਕਵਚ ਸੰਜੋ ਬਖਤਰ ਪਹਿਨੀ ਹੋਈ ਹੈ। ਮਾਰ ਤੇ ਤਾਂਗ ਤਸਾਈ। ਤੇ ਉਹਦਾ ਘੋੜਾ ਵੀ ਜਿਹੜਾ ਨਾ ਉੱਤੇ ਵੀ ਲੋਹੇ ਦੀ ਪਾਖਰ ਪਾਈ ਹੋਈ ਤੇ ਬਾਬਾ ਜੀ ਨੇ ਉਹਦੇ ਉਸ ਸਿਪਾਹੀ ਦੇ ਇੱਥੇ ਛਾਤੀ ਦੇ ਵਿੱਚ ਮਾਰਿਆ ਬਰਛਾ। ਬਾਬਾ ਅਜੀਤ ਸਿੰਘ ਨੇ ਉਹ ਧਸਾ ਦਿੱਤਾ ਪੂਰੇ ਦਾ ਪੂਰਾ। ਰਹੀ ਨ ਅਟਕੀ ਕਹੂੰ। ਕਹਿੰਦੇ ਉਹ ਬਰਛੀ ਇੰਨੇ ਜ਼ੋਰ ਨਾਲ ਮਾਰੀ ਵੀ ਉਹ ਕਿਤੇ ਅਟਕੀ ਨਹੀਂ, ਰੁਕੀ ਨਹੀਂ, ਸਾਰ ਪਾਰ ਲੰਘ ਕੇ ਘੋੜੇ ਦੀ ਪਿੱਠ ਵਿੱਚ ਜਾ ਧਸੀ ਹੈ। ਫੌਜ ਤੇ ਪਾਰ ਪਰਾਈ। ਉਹ ਪਾਰ ਲੰਘ ਗਈ ਸਾਰ ਪਾਰ ਮੁਗਲ ਦੀ ਛਾਤੀ ਚੋਂ। ਲੱਗਿਓ ਨਿਕਾਸਨ ਪੁਨਹ। ਜਦੋਂ ਬਾਬਾ ਜੀ ਉਹਨੂੰ ਪਿਛਾਂ ਪੁੱਟਣ ਲੱਗੇ, ਬਰਛੀ ਨੂੰ ਕੱਢਣ ਲੱਗੇ, ਉਹ ਵਿੱਚੋਂ ਟੁੱਟ ਗਈ ਤੇ ਅੱਧਾ ਡੰਡਾ ਜਿਹਾ ਹੱਥ ਵਿੱਚ ਰਹਿ ਗਿਆ ਤੇ ਅਗਲਾ ਫਲ ਵਿੱਚ ਹੀ ਰਹਿ ਗਿਆ। ਉਹ ਫਿਰ ਸਿੱਟ ਕੇ ਉਸ ਵੇਲੇ ਬਰੀ ਕਟ ਨਾਗਨ ਸੀ ਧਰ। ਮਿਆਨ ਚੋਂ ਤਲਵਾਰ ਕੱਢੀ। ਉਹ ਕਹਿੰਦੇ ਨਾਗਣ ਵਰਗੀ ਧਰਤੀ ਤੇ ਜਾ ਡਿੱਗੀ, ਜਿਹੜੀ ਉਹ ਬਰਛੀ ਦਾ ਅੱਧਾ ਹਿੱਸਾ ਸੀਗਾ। ਤੇ ਹੁਣ ਮਿਆਨ ਚੋਂ ਤਲਵਾਰ ਕੱਢਣਗੇ। ਉਹ 10-10 ਸਤਰ ਬਹੁਤ ਸਾਰੇ ਵੈਰੀਆਂ ਨੂੰ ਡਸ ਕੇ ਬਾਬਾ ਜੀ ਦੇ ਹੱਥ ਦੀ ਉਹ ਬਰਛੀ ਮਾਨੂੰ ਕਾਲੀ ਨਾਗਣ ਸੀ ਤੇ ਧਰਤੀ ਤੇ ਲਿਟ ਗਈ ਹੈ। ਅਰਧ ਰਹੀ ਵਿੱਚ ਹੈ ਬਰੀ। ਅੱਧੀ ਵੈਰੀ ਦੇ ਵਿੱਚ ਰਹਿ ਗਈ ਤੇ ਅੱਧੀ ਬਾਹਰ ਰਹਿ ਗਈ। ਗਨ ਦੁਰਜਨ ਟਿਕ ਹੋਏ ਵਾਰ ਕਰ। ਤੇ ਇਹਨੇ ਦੁਸ਼ਮਣਾਂ ਨੇ ਵਾਰ ਬਾਬਾ ਜੀ ਦੇ ਕਰਨੇ ਸ਼ੁਰੂ ਕਰ ਦਿੱਤੇ ਉਸ ਵੇਲੇ ਵੀ ਹੁਣ ਇਹਨੇ ਹੱਥਾ ਹੋ ਗਿਆ ਨੂੰ ਮਾਰ ਲਈਏ। ਉਮਰ ਤੀਰ ਤਰਾਤਰੀ। ਬਹੁਤ ਸਾਰੇ ਬਰਛੇ ਤੀਰ ਤਾੜ ਕਰਦੇ ਚਲਾ ਦਿੱਤੇ। ਲੱਗੇ ਅੰਗ ਮਹਿਕਾਵ। ਬਹੁਤ ਸਾਰੇ ਜ਼ਖਮ ਬਾਬੇ ਅਜੀਤ ਸਿੰਘ ਨੂੰ ਲੱਗ ਗਏ ਉਸ ਵੇਲੇ। ਉਦਰ ਬਹਿ ਦੀਰਘ ਚਾਲਾ। ਖੂਨ ਵਗ ਕੇ ਸਰੀਰ ਚੋਂ ਨੁਚੜਨ ਲੱਗਾ, ਬਹੁਤ ਲਹੂ ਵਗਿਆ। ਭਜੋ ਸਰਬ ਸਰੀਰ। ਸਾਰਾ ਸਰੀਰ ਲਹੂ ਨਾਲ ਭਿੱਜ ਗਿਆ ਬਾਬੇ ਅਜੀਤ ਸਿੰਘ ਦਾ। ਚੀਰ ਰੰਗੇ ਤਤਕਾਲਾ। ਕੱਪੜੇ ਸਾਰੇ ਲਾਲ ਰੰਗ 'ਚ ਰੰਗੇ ਗਏ। ਮਨੋ ਤੁਰਤ ਰੰਗਰੇਜ। ਐਦਾਂ ਲੱਗਦਾ ਕਵੀ ਜੀ ਕਹਿੰਦੇ ਤੁਰਤ ਲਿਲਾਰੀ ਨੇ, ਰੰਗਣ ਵਾਲੇ ਨੇ ਜਿਹੜੇ ਕੱਪੜੇ ਰੰਗਦੇ ਨੇ ਰੰਗਰੇਜ ਕਹਿੰਦੇ ਆ, ਲਿਲਾਰੀ ਵੀ ਕਹਿੰਦੇ। ਹੁਣੇ ਮਟਕੀ ਵਿੱਚੋਂ ਲਾਲ ਰੰਗ ਪਾ ਕੇ ਬਾਬਾ ਜੀ ਦਾ ਚੋਲਾ ਲਾਲ ਰੰਗ ਦਾ ਕਰ ਦਿੱਤਾ। ਰੰਗ ਕਰ ਪਟ ਪਹਿਰਾਏ। ਮਾਨੋ ਬਾਬਾ ਜੀ ਨੂੰ ਲਾਲ ਰੰਗ ਦਾ ਚੋਲਾ ਕਿਸੇ ਲਿਲਾਰੀ ਨੇ ਰੰਗ ਕੇ ਪਾਇਆ ਹੋਵੇ, ਸਾਰਾ ਹੀ ਲਾਲ ਹੋ ਗਿਆ। ਸ਼ੋਣ ਪਖਿਓ ਹਰ ਖੰਤ। ਆਪਣੇ ਪਿੰਡਾ ਲਹੂ ਨਾਲ ਭਿੱਜਾ ਵੇਖ ਕੇ ਖੁਸ਼ ਹੁੰਦਾ ਅਜੀਤ ਸਿੰਘ। ਆਜ ਧਰਮ ਛਤਰੀ ਪਾਏ। ਕਹਿੰਦੇ ਆਜ ਧਰਮ ਛਤਰੀ ਪਾਏ।
ਅੱਜ ਮੈਨੂੰ ਛਤਰੀ ਧਰਮ ਦੀ ਪ੍ਰਾਪਤੀ ਹੋ ਗਈ ਹੈ। ਇਹ ਛਿਨ ਚਹੁ ਦਿਸ਼ ਰਿਪ ਲਖੇ ਉਸ ਵੇਲੇ ਚਾਰੇ ਪਾਸੇ ਵੈਰੀਆਂ ਨੂੰ ਵੇਖਿਆ, ਖੜਗ ਮਿਆਨ ਤੇ ਕਾਢ ਲਈ ਮਿਆਨ ਚੋਂ ਤਲਵਾਰ ਖਿੱਚ ਲਈ ਫੁਲਾਦੀ, ਤਨ ਕਾਟ ਕਾਟ ਗੇਰੇ ਧਰਨ ਉਹ ਕੱਟ ਕੱਟ ਵੈਰੀਆਂ ਨੂੰ ਫੇਰ ਸੁੱਟਣ ਲੱਗਾ। ਤਚ ਮੁਛ ਤਨ ਤਨਕ ਕੀ ਕਹਿੰਦੇ ਤਛਾ ਮੁੱਛ ਵੈਰੀਆਂ ਦੇ ਸਰੀਰ ਦੇ ਅੰਗ ਅੰਗ ਵੱਢੀ ਜਾਂਦਾ। ਜਿੱਥੇ ਸਾਹਿਬਜ਼ਾਦੇ ਦੀ ਤਲਵਾਰ ਵਗਦੀ ਇਦਾਂ ਲੰਘ ਜਾਂਦੀ ਜਿਵੇਂ ਸਾਬਣ ਜਾਂ ਤਾਰ ਲੰਘ ਜਾਂਦੀ ਹੈ। ਉਤੇ ਸਿੰਘ ਲਰ ਪੰਚ ਕਹਿੰਦੇ ਜਿਹੜੇ ਨਾਲ ਪੰਜ ਸਿੰਘ ਸੀ, ਆਲਮ ਸਿੰਘ, ਜਵਾਰ ਸਿੰਘ, ਸੁੱਖਾ ਸਿੰਘ, ਵੀਰ ਸਿੰਘ, ਧਿਆਨ ਸਿੰਘ, ਸੈਂਕੜੇ ਮਾਰ ਮਰੇ ਰਣ ਸੈਂਕੜਿਆਂ ਨੂੰ ਮਾਰ ਕੇ ਸ਼ਹੀਦੀਆਂ ਪਾ ਗਏ ਨੇ। ਇਤ ਅਜੀਤ ਸਿੰਘ ਰੁਪਿਓ ਇਧਰ ਬਾਬਾ ਅਜੀਤ ਸਿੰਘ ਜੀ ਮੈਦਾਨੇ ਜੰਗ 'ਚ ਖੜੇ ਲੜ ਰਹੇ ਨੇ ਖੜਗ ਕੇ ਕਾਟ ਰਿਪਨ ਗਣ ਔਰ ਵੈਰੀਆਂ ਨੂੰ ਤੇਗਾਂ ਨਾਲ ਤਲਵਾਰ ਨਾਲ ਹੀ ਕੱਟੀ ਜਾਂਦੇ ਨੇ। ਉਧਰ ਵਿਖੇ ਪਰ ਰਹੇ ਉਹ ਕਹਿੰਦੇ ਲਹੂ ਦੇ ਵਿੱਚ ਲਾਲ ਹੋ ਗਏ ਸਰੀਰ ਬਾਬਾ ਜੀ ਦਾ। ਮਹੋ ਸ਼ਰਮ ਤੇ ਸੁਪਤਾਏ ਕਹਿੰਦੇ ਬਹੁਤ ਸਾਰੇ ਵੈਰੀ ਉਹਨਾਂ ਦੇ ਆਲੇ ਦੁਆਲੇ ਮਰੇ ਪਏ ਨੇ, ਮਨ ਨੂੰ ਥੱਕ ਕੇ ਸੁੱਤੇ ਪਏ ਨੇ। ਲਾਲ ਬਿਛੋਣ ਬਿਛਾਏ ਲਾਲ ਵਿਛਾਉਣਾ ਵਿਛਾ ਕੇ ਸੁੱਤੇ ਪਏ ਨੇ। ਮਹਾ ਛਬ ਤੇ ਸੁਖ ਪਾਏ ਬੜੇ ਸੁੱਖ ਨਾਲ ਆਰਾਮ ਨਾਲ ਸੁੱਤੇ ਨੇ। ਕਹਿ ਲਗੋ ਵਰਨ ਕਰ ਜੁਧ ਕੋ ਕਵੀ ਜੀ ਕਹਿੰਦੇ ਮੈਂ ਕਿੱਥੋਂ ਤੱਕ ਵਰਣਨ ਕਰਾਂ, ਦੇਖੋ ਗ੍ਰੰਥ ਬਦ ਤੇ ਡਰਤ ਗ੍ਰੰਥ ਬੜਾ ਵੱਧ ਜਾਏਗਾ ਜੇ ਮੈਂ ਬਾਬਾ ਅਜੀਤ ਸਿੰਘ ਦੇ ਯੁੱਧ ਦਾ ਬਿਆਨ ਕਰੀ ਗਿਆ। ਜਿਉ ਕਰਿਓ ਗੁਰੂ ਸੁਤ ਓਜ ਤੇ ਜੋ ਗੁਰੂ ਦੇ ਪੁੱਤਰ ਨੇ ਬਲ ਦਿਖਾਇਆ, ਓਜ ਦਿਖਾਇਆ, ਉਹਦਾ ਕੋਈ ਅੰਤ ਨਹੀਂ, ਕੋਈ ਕਵੀ ਉਹਦਾ ਵਰਣਨ ਕਰ ਹੀ ਨਹੀਂ ਸਕਦਾ। ਇਹ ਮਾਰਿਓ ਕਿਸ ਤੇ ਮਰਤ ਨਾ ਉਹ ਕਿਸੇ ਦਾ ਮਾਰਿਆ ਮਰਦਾ ਹੈ, ਨਾ ਉਹ ਕਿਸੇ ਤੋਂ ਦਬਦਾ ਹੈ। ਜਿਸ ਦਿਸ਼ ਬਹਿ ਰਹਤਾ ਏ ਜਿੱਧਰ ਦੌੜ ਕੇ ਪੈਂਦਾ ਹੈ ਸ਼ੇਰ ਦੀ ਤਰ੍ਹਾਂ ਪੈਂਦਾ ਹੈ। ਰਹਿ ਨਹਿ ਭਾਜਤ ਹੈ ਅਰ ਵੈਰੀ ਅੱਗੇ ਅੱਗੇ ਭੱਜਦੇ ਨੇ, ਅੱਗੇ ਅੱਗੇ ਲੱਗ ਕੇ ਜਿੱਧਰ ਜਾਂਦਾ ਨਾ 5-5 10-10 ਬੰਦੇ ਤੇ ਉਂਝ ਹੀ ਥੱਲੇ ਡਿੱਗ ਪੈਂਦੇ ਨੇ। ਯਤਨ ਕਰੇ ਸਮੁਦਾਏ ਕਹਿੰਦੇ ਸਾਰੇ ਇਕੱਠੇ ਹੋ ਕੇ ਯਤਨ ਕਰਦੇ ਵੀ ਇਹਨੂੰ ਮਾਰ ਲਈਏ, ਫਤਿਹ ਕਿਮ ਫਤਿਹ ਸ੍ਰੀ ਸਿਗਰ ਕਰ ਇਹਨੂੰ ਕਿਸ ਤਰ੍ਹਾਂ ਮਾਰੀਏ ਤੇ ਜੰਗ ਫਤਿਹ ਕਰੀਏ। ਮੁਲਕਾ ਲਗੇ ਨ ਕੋਏ ਗੋਲੀਆਂ ਮਾਰਦੇ ਨੇ ਪਰ ਗੋਲੀ ਵੀ ਨਹੀਂ ਲੱਗਦੀ, ਪੈਂਤੜਾ ਬਦਲ ਜਾਂਦਾ ਹੈ। ਖੜਗ ਲੋ ਪਹੁੰਚ ਨ ਦੇ ਤੰ ਕਹਿੰਦੇ ਬਾਬਾ ਜੀ ਤਲਵਾਰ ਤੱਕ ਪਹੁੰਚਣ ਨਹੀਂ ਦਿੰਦਾ ਕਿਸੇ ਨੂੰ। ਮਾਰ ਮਾਰ ਕਰ ਵੀਰ ਮਾਰ ਮਾਰ ਕੇ ਸੂਰਮੇ ਪੈ ਗਏ ਕਰਿਓ ਸੰਗਰ ਬਹੁ ਖੇਤੰ ਤੇ ਬਾਬਾ ਜੀ ਨੇ ਉਹਨਾਂ ਦੇ ਮਾਰ ਮਾਰ ਸਥਾਰ ਲਾ ਦਿੱਤੇ। ਕਰ ਕਰਾ ਚੋਲ ਜਬ ਟੁੱਟ ਗਿਓ ਹੁਣ ਕਰਦਿਆਂ ਕਰਦਿਆਂ ਉਹ ਫੁਲਾਦੀ ਤਲਵਾਰ ਵੀ ਟੁੱਟ ਗਈ ਜਮ ਤਰ ਲਈ ਨਿਕਾਸ ਕਰ ਤੇ ਹੋਰ ਹੁਣ ਕੋਈ ਸ਼ਸਤਰ ਨਹੀਂ ਸੀ। ਕਮਰ ਕਸੇ ਚੋਂ ਕਟਾਰ ਖਿੱਚ ਲਈ। ਇਕ ਹੁਤੋ ਪਾਲਕੀ ਕੇ ਵਿਖੈ ਸਾਹਮਣੇ ਕੋਈ 50 ਕੁ ਫੁੱਟ ਦੀ ਦੂਰੀ ਤੇ ਪਾਲਕੀ ਦੇ ਵਿੱਚ ਇੱਕ ਅਫਸਰ ਬੈਠਾ ਸੀ। ਦੂਰ ਹੈ ਦੇਖਤ ਦ੍ਰਿਸ਼ਟ ਧਰ ਉਹ ਦੂਰੋਂ ਜੰਗ ਵੇਖ ਰਿਹਾ ਸੀ ਤੇ ਰੌਲਾ ਪਾ ਰਿਹਾ ਸੀ, ਫੜ ਲਓ ਇਹ ਗੁਰੂ ਦਾ ਪੁੱਤਰ ਹੈ, ਇਹਨੂੰ ਜਿਉਂਦੇ ਫੜ ਲਵੋ। ਅਨਵਰ ਖਾਨ ਨਵਾਬ ਉਹਦਾ ਨਾਮ ਨਵਾਬ ਅਨਵਰ ਖਾਨ ਸੀ। ਕਾਹੇ ਕੇ ਦਿਸ਼ ਤਬ ਦੌਰੇ ਤੇ ਜਦੋਂ ਉਹਨੇ ਆਖਿਆ ਨਾ ਇਹਨੂੰ ਜਿਉਂਦਾ ਫੜ ਲਓ, ਬਾਬਾ ਜੀ ਕਹਿੰਦੇ ਤੂੰ ਹੀ ਫੜ ਲੈ ਮੈਨੂੰ। ਤੇ ਉਹਦੇ ਵੱਲ ਬਾਬਾ ਜੀ ਇਉਂ ਦੌੜੇ ਜਿਵੇਂ ਚੀਤਾ ਸ਼ਿਕਾਰ ਵੱਲ ਜਾਂਦਾ ਹੈ। ਕਰੀ ਸ਼ੀਘਰਤਾ ਅਦਕ ਇੰਨੀ ਫੁਰਤੀ ਕੀਤੀ, ਇੰਨੀ ਤੇਜ਼ੀ ਕੀਤੀ ਬਾਬਾ ਜੀ ਨੇ। ਜਾਏ ਪਹੁੰਚੇ ਤਿਸ ਠੌਰੇ ਉਹਦੇ ਮੂੰਹ 'ਚ ਹੀ ਰਹਿ ਗਈ ਗੱਲ ਵੀ ਫੜ ਲਓ ਤੇ ਉਹਦੇ ਤੱਕ ਪਹੁੰਚ ਵੀ ਗਏ। ਉਦਰ ਪੁਸ਼ਟ ਮਹਿ ਹਨੀ ਉਹਦਾ ਢਿੱਡ ਬਾਵਾ ਤਗੜਾ ਸੀ ਤੇ ਬਾਬਾ ਜੀ ਨੇ ਆ ਜਿਹੜੀਆਂ ਦੋਵੇਂ ਅਰਕਾਂ ਨੇ ਨਾ ਕੋਹਣੀਆਂ ਉਹਦੀ ਪਾਲਕੀ 'ਚ ਜਾ ਕੇ ਅੜਾ ਦਿੱਤੀਆਂ ਤੇ ਸੱਜੇ ਹੱਥ ਨਾਲ ਕਟਾਰ ਉਹਦੇ ਢਿੱਡ 'ਚ ਖਬੋ ਦਿੱਤੀ ਖੋਜ ਤੇ ਬਹੁ ਚੱਕ ਝੋਰੇ ਤੇ ਏਦਾਂ ਗੇੜਾ ਦੇ ਕੇ ਸਾਰੀਆਂ ਹੀ ਆਂਦਰਾਂ ਇਕੱਠੀਆਂ ਕਰਕੇ ਬਾਹਰ ਖਿੱਚ ਲਈਆਂ। ਜਿਤ ਕਿਤ ਤੇ ਰਿਪ ਆਏ ਉਸ ਵੇਲੇ ਬਾਬਾ ਜੀ ਦੇ ਪਿਛਲੇ ਪਾਸੇ ਸੈਂਕੜੇ ਵੈਰੀ ਆ ਗਏ, ਘੇਰ ਨੀਲਸ ਚਹੋਰੇ ਚਾਰੇ ਪਾਸਿਓਂ ਘੇਰ ਲਿਆ। ਮਕੀਨ ਜੁਗ ਗਨ ਸਤਰ ਹੱਥ ਕਹਿੰਦੇ ਵੈਰੀ ਨੇ ਬਹੁਤ ਸਾਰੇ ਸ਼ਸਤਰ ਅੰਨ੍ਹੇਵਾਹ ਚਲਾ ਦਿੱਤੇ, ਸੈਂਕੜੇ ਬਰਛੀਆਂ, ਤਲਵਾਰਾਂ, ਨੇਜੇ, ਜੋ ਕਿਸੇ ਕੋਲ ਆਇਆ ਉਹਨੇ ਮਾਰਿਆ। ਲੋਪ ਕੋਏ ਤਤਕਾਲ ਰਨ ਜਦੋਂ ਅਖੀਰਲਾ ਸਵਾਸ ਆਇਆ, ਜਦੋਂ ਉਹਨਾਂ ਨੂੰ ਲੱਗਾ ਵੀ ਹੁਣ ਮੇਰੀ ਦੇਹ ਥੱਲੇ ਡਿੱਗਣੀ ਹੈ ਤੇ ਜਦੋਂ ਮੇਰਾ ਸਰੀਰ ਥੱਲੇ ਡਿੱਗੇਗਾ ਇਹ ਮੇਰੇ ਸਰੀਰ ਨੂੰ ਬੇਅਦਬੀ ਕਰਨਗੇ, ਕਿਉਂਕਿ ਸੀਸ ਵੱਢ ਕੇ ਲੈ ਜਾਣਗੇ ਬਾਦਸ਼ਾਹ ਦੀ ਕਚਹਿਰੀ ਵਿੱਚ, ਇਹ ਮੇਰੀ ਦੇਹ ਦਾ ਅਪਮਾਨ ਕਰਨਗੇ। ਉਸ ਵੇਲੇ ਬਾਬਾ ਜੀ ਸਣੇ ਦੇ ਹੀ ਅਲੋਪ ਹੋ ਗਏ। ਸਤਿ ਸ੍ਰੀ ਅਕਾਲ। ਸਭ ਦਿਖਤ ਅਚੰਭੈ ਹੋਏ ਰਹੇ ਸਾਰੇ ਵੇਖਦੇ ਹੈਰਾਨ, ਕਿੱਥੇ ਚਲਾ ਗਿਆ, ਹੱਥਾਂ ਵਿੱਚੋਂ ਉੱਡ ਗਿਆ, ਕਿੱਥੇ ਗੁਪਤ ਹੋ ਗਿਆ ਹੈ। ਕਿਤ ਛਪਿਓ ਹਨ
ਕਿੱਥੇ ਚਲਾ ਗਿਆ, ਕਿੱਥੇ ਛੁਪ ਗਿਆ ਹੈ? ਗੁਰੂ ਦਾ ਪੁੱਤਰ ਅਸੀਂ ਤਾਂ ਇਹਨੂੰ ਫੜਨਾ ਸੀ, ਇਹਨੂੰ ਮਾਰਨਾ ਸੀ, ਇਹਦਾ ਸਿਰ ਵੱਢਣਾ ਸੀ। ਦੋਹਰਾ ਇਸ ਵਿਦ ਗੁਰ ਨੰਦਨ ਲਰਿਓ। ਇਸ ਤਰ੍ਹਾਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਆਪਣਾ ਸਰੀਰ ਵੈਰੀਆਂ ਤੋਂ ਓਹਲੇ ਕਰ ਲਿਆ। ਬਾਅਦ ਵਿੱਚ ਸੰਸਕਾਰ ਸੰਗਤਾਂ ਨੇ ਕੀਤਾ, ਪਰ ਬਾਬਾ ਜੀ ਉਹਨਾਂ ਤੁਰਕਾਂ ਦੇ ਹੱਥ ਨਹੀਂ ਆਏ ਜਿਹੇ ਅਜੀਤ ਸਿੰਘ ਨਾਮ, ਜਿਨ੍ਹਾਂ ਦਾ ਨਾਮ ਬਾਬਾ ਅਜੀਤ ਸਿੰਘ ਹੈ। ਜਸ ਜਗਤ ਮਹਿ ਪ੍ਰਗਟ ਭਾ। ਉਹਨਾਂ ਦਾ ਜਸ ਰਹਿੰਦੀ ਦੁਨੀਆ ਤੱਕ ਪ੍ਰਗਟ ਰਹੇਗਾ। ਜਿੰਨਾ ਚਿਰ ਸ੍ਰਿਸ਼ਟੀ ਰਹੇਗੀ, ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਦਾ ਨਾਮ ਸੂਰਜ ਤਰ੍ਹਾਂ ਚਮਕੇਗਾ। ਤੁਮ ਪਹੁੰਚੇ ਹਰ ਧਾਮ। ਫਿਰ ਸੱਚਖੰਡ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਜਾ ਪਹੁੰਚੇ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਇਹ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋ ਗਏ। ਤੇ ਫਿਰ ਤੁਰਕਾਂ ਨੇ ਗੜੀ ਵੱਲ ਹੱਲਾ ਕੀਤਾ। ਇੰਨੇ ਨੂੰ ਹਨੇਰਾ ਪੈਣ ਵਾਲਾ ਹੋ ਗਿਆ। ਸ਼ਾਮ ਦੇ 5 ਵੱਜ ਗਏ ਤੇ ਬਾਬਾ ਜੀ ਬਾਬਾ ਜੁਝਾਰ ਸਿੰਘ ਜੀ ਜਿਹੜੇ ਦੂਜੇ ਸਾਹਿਬਜ਼ਾਦੇ, ਉਹ ਫਿਰ ਬਾਹਰ ਨਿਕਲੇ ਹਨ ਤੇ ਉਹਨਾਂ ਨੇ ਵੀ ਵੈਰੀ ਨਾਲ ਦੋ ਹੱਥ ਕੀਤੇ। ਉਹ ਵੀ ਉਸੇ ਤਰ੍ਹਾਂ ਹੀ ਸ਼ਹੀਦੀ ਪਾਉਣ ਵਿੱਚ ਲੋਕਾਂ ਦੀਆਂ ਅੱਖਾਂ ਤੋਂ ਓਝਲ ਹੋ ਕੇ ਸ਼ਹੀਦ ਸੱਚਖੰਡ ਪਹੁੰਚੇ ਹਨ। ਬਾਅਦ ਵਿੱਚ ਉਹਨਾਂ ਦੇ ਕਤਲਗੜ੍ਹ ਜਿੱਥੇ ਗੁਰਦੁਆਰਾ ਸਾਹਿਬ ਹੈ, ਉੱਥੇ ਅੰਗੀਠੇ ਬਣੇ, ਸੰਸਕਾਰ ਹੋਏ।